ਹਾਂਜੀ ਸਟੂਡੈਂਟਸ, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 5th ਚੈਪਟਰ ਅ ਟਾਈਨੀ ਸੈਂਚੁਰੀ, ਜਿਸ ਨੂੰ ਕਿ ਜੌਨ ਪੌਲ ਸਾਰਟਰੇ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੀ ਆਪਾਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਹਾਂਜੀ ਸਟੂਡੈਂਟਸ, ਤਾਂ ਆਪਣਾ ਜਿਹੜਾ 5th ਚੈਪਟਰ ਹੈ ਆਪਣੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ, ਤੇ ਇਹ ਸਾਡੇ ਅਪ੍ਰੈਲ ਮਈ ਦੇ ਸਿਲੇਬਸ ਦਾ ਲਾਸਟ ਚੈਪਟਰ ਹੈ। ਇਹ ਲਾਸਟ ਚੈਪਟਰ ਹੈ ਡੀਅਰ ਟੂ ਆਲ ਦਾ ਮਿਊਜ਼ਿਸ ਦਾ। ਇਹ ਆਪਾਂ ਅੱਜ ਕਵਰ ਕਰਨ ਜਾ ਰਹੇ ਹਾਂ, ਤੇ ਇਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਆਪਣੀਆਂ ਪੋਇਮਸ ਰਹਿੰਦੀਆਂ ਨੇ ਉਹਨਾਂ ਨੂੰ ਸਟਾਰਟ ਕਰਾਂਗੇ। ਤਾਂ ਅ ਟਾਈਨੀ ਸੈਂਚੁਰੀ ਇਸ ਦਾ ਨਾਮ ਹੈ। ਟਾਈਨੀ ਦਾ ਮਤਲਬ ਹੁੰਦਾ ਬੇਟਾ ਛੋਟਾ, ਛੋਟੀ ਜੀ ਚੀਜ਼, ਉਹਨੂੰ ਆਪਾਂ ਛੋਟੀ ਚੀਜ਼ ਨੂੰ ਆਪਾਂ ਟਾਈਨੀ ਕਹਿੰਦੇ ਆ। ਤੇ ਸੈਂਚੁਰੀ ਦਾ ਮਤਲਬ ਹੁੰਦਾ ਕੋਈ ਧਾਰਮਿਕ ਜਗ੍ਹਾ, ਧਾਰਮਿਕ ਸਥਾਨ ਕਹਿ ਲਓ, ਉਸ ਨੂੰ ਆਪਾਂ ਸੈਂਚੁਰੀ ਕਹਿੰਦੇ ਆ। ਤਾਂ ਇਹ ਧਿਆਨ ਰੱਖਿਓ। ਤਾਂ ਇਹ ਜਿਹੜਾ ਚੈਪਟਰ ਬੇਟਾ ਇਹ ਜੌਨ ਪੌਲ ਸਾਰਟਰੇ ਨੇ ਲਿਖਿਆ ਹੋਇਆ। ਜੌਨ ਪੌਲ ਸਾਰਟਰੇ ਇਹ ਫਰਾਂਸ ਦੇ ਰਹਿਣ ਵਾਲੇ ਸੀਗੇ। ਇਹ ਫਰਾਂਸ 'ਚ ਇਦਾਂ ਦੇ ਨਾਮ ਚੱਲਦੇ ਨੇ, ਤੇ ਇਹਨਾਂ ਨੂੰ ਇਸੇ ਤਰ੍ਹਾਂ ਬੋਲਣਾ ਹੈ, ਜੌਨ ਪੌਲ ਸਾਰਟਰ। ਇਹ ਜਿਹੜਾ ਚੈਪਟਰ ਹੈ ਨਾ, ਇਹ ਇੱਕ ਤਰ੍ਹਾਂ ਦੀ ਉਹਨਾਂ ਦੀ ਆਟੋਬਾਇਓਗ੍ਰਾਫੀ ਹੈ, ਸਵੈ ਜੀਵਨੀ ਹੈ, ਉਹਦੇ ਚੋਂ ਲਿਆ ਗਿਆ। ਪਹਿਲਾਂ ਆਪਾਂ ਇਹਦੇ ਬਾਰੇ ਜਿਹੜਾ ਇੰਟਰੋਡਕਟਰੀ ਪੈਰਾ ਉਹ ਪੜ੍ਹ ਲੈਂਦੇ ਆ। ਕਹਿੰਦੇ ਜੌਨ ਪੌਲ ਸਾਰਟਰ, one of the best known modern French philosophers and novelists, were born in Paris in 1905। ਤਾਂ ਜੌਨ ਪੌਲ ਸਾਰਟਰ ਦਾ ਨਾਮ ਆਇਆ ਹੋਇਆ ਜੀ, ਜੋ ਕਿ ਇਸ ਚੈਪਟਰ ਦੇ ਆਥਰ ਨੇ। ਉਹ ਕੌਣ ਨੇ ਜੀ? ਬਹੁਤ ਹੀ ਪ੍ਰਸਿੱਧ, ਬੈਸਟ ਨੋਨ, ਮਾਡਰਨ ਅਜੋਕੇ, ਫ੍ਰੈਂਚ ਫਰਾਂਸ ਦੇ। ਫਿਲੋਸਫਰ ਦਾ ਮਤਲਬ ਹੁੰਦਾ ਬੱਚਿਓ ਦਾਰਸ਼ਨਿਕ। ਦਾਰਸ਼ਨਿਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁੰਦਾ ਹੈ ਕਿ ਜੋ ਇਨਸਾਨ ਸਾਨੂੰ ਥੋੜਾ ਧਰਮ ਦੀਆਂ ਗੱਲਾਂ ਦੱਸਦਾ ਹੈ ਕਿ ਕਿਸ ਤਰ੍ਹਾਂ ਜੀਵਨਾ ਸਾਨੇ, ਕਿਸ ਤਰ੍ਹਾਂ ਦੀਆਂ ਸਾਨੇ ਆਪਣੇ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਲੈ ਕੇ ਆਉਣਾ, ਉਹਨੂੰ ਆਪਾਂ ਫਿਲੋਸਫਰ ਕਹਿੰਦੇ ਹਾਂ। ਅਤੇ ਨੋਵਲਿਸਟ, ਨੋਵਲ ਲਿਖਣ ਵਾਲਿਆਂ ਚੋਂ ਇੱਕ ਸੀਗੇ ਜੀ, ਵਨ ਆਫ ਦਾ, ਤੇ ਲਿਖਿਆ ਹੋਇਆ ਨਾ ਵਨ ਆਫ ਦਾ, ਇਹਦਾ ਮਤਲਬ ਕਿ ਬਹੁਤ ਸਾਰੇ नॉवलिस्ट हुए हैं, बहुत सारे फिलोसफर्स हुए हैं, फ्रेंच ਦੇ ਹੋਏ हैं, फ्रांस ਦੇ ਹੋਏ हैं, ਤੇ ਅਜੋਕੇ ਹੋਏ, ਉਹਨਾਂ ਚੋਂ ਇੱਕ ਹੈ ਇਹ। ਇਹਨਾਂ ਦਾ ਜਨਮ ਕਿੱਥੇ ਹੋਇਆ ਜੀ? ਪੈਰਿਸ, ਬਹੁਤ ਹੀ ਖੂਬਸੂਰਤ ਸ਼ਹਿਰ, ਫਰਾਂਸ ਦੀ ਕੈਪੀਟਲ ਹੈ। 1905 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। He lost his father when he was a child। ਜਦੋਂ ਇਹ ਛੋਟੇ ਜਿਹੇ ਸੀ, ਇਹਨਾਂ ਦੇ ਪਿਤਾ ਦੀ ਮੌਤ ਹੋ ਗਈ। And was brought up at his grandfather's home। ਅਤੇ ਇਸ ਨੂੰ ਇਸ ਦੀ ਪਾਲਣਾ ਪੋਸ਼ਣ ਹੋਈ। ਤਾਂ ਬ੍ਰੌਟ ਅਪ ਦਾ ਮਤਲਬ ਇੱਥੇ ਜਿਹੜੀ ਪਾਲਣ ਪੋਸ਼ਣ ਤੋਂ ਹੈ, ਕਿ ਇਸ ਦੀ ਜਿਹੜੀ ਪਾਲਣ ਪੋਸ਼ਣ ਹੈ ਕਿੱਥੇ ਹੋਈ? ਇਸ ਦੇ ਦਾਦਾ ਜੀ ਦੇ ਘਰ, ਗ੍ਰੈਂਡਫਾਦਰਸ ਹੋਮ, ਕਿਉਂਕਿ ਪਿਤਾ ਤਾਂ ਹੈ ਨਹੀਂ ਸੀ। ਤਾਂ ਗ੍ਰੈਂਡਫਾਦਰ ਜੋ ਇਹਦੇ ਦਾਦਾ ਜੀ ਆ, ਉਹਨਾਂ ਦੇ ਘਰੇ ਇਸ ਦੀ ਪਾਲਣ ਪੋਸ਼ਣ ਹੋਈ। Words from which the present extract has been taken contains the reminiscence of a precocious childhood spent within the confines of French provincialism before the First World War। ਇੱਥੇ ਇੱਕ ਵਰਡ ਆਇਆ ਸ਼ੁਰੂ 'ਚ, ਵਰਡਸ। ਐਕਚੁਅਲੀ ਵਰਡਸ ਨਹੀਂ ਹੈ, ਇਹਦਾ ਪੂਰਾ ਨਾਮ ਹੈ ਦਾ ਵਰਡਸ। ਤਾਂ ਦਾ ਵਰਡਸ ਕੀ ਹੈ? ਇਹ ਇੱਕ ਬੁੱਕ ਹੈ ਜੀ, ਜੋ ਕਿ ਜੌਨ ਪੌਲ ਸਾਰਟਰ ਨੇ ਲਿਖੀ ਹੈ। ਇਹਨਾਂ ਦੀ ਆਟੋਬਾਇਓਗ੍ਰਾਫੀ ਹੈ, ਇਹ ਸਵੈ ਜੀਵਨੀ ਹੈ। ਉਹਦੇ ਵਿੱਚੋਂ ਇਹ ਜਿਹੜਾ ਪ੍ਰੈਜ਼ੈਂਟ ਐਕਸਟ੍ਰੈਕਟ ਅੱਗੇ ਵੀ ਸ਼ਬਦ ਆਇਆ, ਦਾ ਮਤਲਬ ਹੁੰਦਾ ਛੋਟਾ ਹਿੱਸਾ, ਕਿ ਜਿਹੜਾ ਛੋਟਾ ਜਿਹਾ ਚੈਪਟਰ ਤੁਹਾਨੂੰ ਪੜ੍ਹਾਇਆ ਜਾ ਰਿਹਾ ਹੈ, ਇਹ ਐਕਸਟ੍ਰੈਕਟ ਕਿੱਥੋਂ ਲਿਆ ਗਿਆ? ਵਰਡਸ, ਦਾ ਵਰਡਸ ਚੋਂ ਲਿਆ ਗਿਆ। ਅਤੇ ਲਿਖਿਆ ਨਾ ਵਰਡਸ ਫਰੋਮ ਵਿਚ, ਕਿ ਦਾ ਵਰਡਸ ਤੋਂ ਇਹ ਛੋਟਾ ਜਿਹਾ ਪ੍ਰੈਜ਼ੈਂਟ ਦਾ ਮਤਲਬ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਇਸ ਸਮੇਂ, ਉਹ ਜਿਹੜਾ ਐਕਸਟ੍ਰੈਕਟ ਹੈ ਉਹ ਇਸ ਚੋਂ ਲਿਆ ਗਿਆ। ਤੇ ਇਸ ਦੇ ਵਿੱਚ ਕੀ ਹੈ? ਕੰਟੇਨਸ ਦਾ ਮਤਲਬ ਕਿਸੇ ਦੇ ਵਿੱਚ ਕੋਈ ਚੀਜ਼ ਹੋਣੀ, ਉਹਨੂੰ ਆਪਾਂ ਕੰਟੇਨ ਕਹਿੰਦੇ ਹਾਂ। ਤਾਂ ਇਹਦੇ ਵਿੱਚ ਕੀ ਹੈ? ਰੈਮਨੀਸੈਂਸਿਸ। ਰੈਮਨੀਸੈਂਸਿਸ ਦਾ ਮਤਲਬ ਹੁੰਦਾ ਬੇਟਾ ਯਾਦਾਂ। ਤਾਂ ਇਸ ਵਿੱਚ ਉਹਨਾਂ ਦੀਆਂ ਯਾਦਾਂ ਨੇ, ਕਾਹਦੀਆਂ? ਪ੍ਰੀਕੌਸ਼ੀਅਸ ਚਾਈਲਡਹੁੱਡ। ਪ੍ਰੀਕੌਸ਼ੀਅਸ ਦਾ ਮਤਲਬ ਅਰਲੀ, ਜਿਹੜਾ ਬਹੁਤ ਹੀ ਛੋਟੇ ਹੁੰਦੇ ਦਾ ਚਾਈਲਡਹੁੱਡ ਹੁੰਦਾ ਨਾ, ਬਚਪਨ, ਸ਼ੁਰੂਆਤੀ ਡੇਜ਼ ਹੁੰਦੇ, ਉਹਨੂੰ ਆਪਾਂ ਪ੍ਰੀਕੌਸ਼ੀਅਸ ਚਾਈਲਡਹੁੱਡ ਕਹਿੰਦੇ ਹਾਂ। ਤੇ ਇਹ ਉੱਥੇ ਉਹਨਾਂ ਨੇ ਕਿੱਥੇ ਬਿਤਾਏ ਸੀ? ਵਿਦਿਨ ਦੀ ਕਨਫਾਈਨਸ ਆਫ ਫ੍ਰੈਂਚ ਪ੍ਰੋਵਿੰਸ਼ੀਅਲਿਜ਼ਮ। ਨਾ ਇੱਥੇ ਇੱਕ ਸ਼ਬਦ ਆਇਆ ਪ੍ਰੋਵਿੰਸ਼ੀਅਲਿਜ਼ਮ, ਜੋ ਕਿ ਸ਼ਬਦ ਪ੍ਰੋਵਿੰਸ ਤੋਂ ਬਣਦਾ ਹੈ, ਪ੍ਰੋਵਿੰਸ। ਤਾਂ ਪ੍ਰੋਵਿੰਸ ਦਾ ਮਤਲਬ ਹੁੰਦਾ ਬੇਟਾ ਪੰਜਾਬੀ 'ਚ ਕੋਈ ਸੂਬਾ ਜਾਂ ਪ੍ਰਾਂਤ, ਛੋਟਾ ਰਾਜ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਨੂੰ ਆਪਾਂ ਪ੍ਰੋਵਿੰਸ ਕਹਿੰਦੇ ਹਾਂ। ਤਾਂ ਪ੍ਰੋਵਿੰਸ ਤੋਂ ਪ੍ਰੋਵਿੰਸ਼ੀਅਲਿਜ਼ਮ ਬਣਿਆ। ਤਾਂ ਇੱਥੇ ਫ੍ਰੈਂਚ ਪ੍ਰੋਵਿੰਸ਼ੀਅਲਿਜ਼ਮ ਦਾ ਮਤਲਬ ਕੀ ਹੈ? ਕਿ ਉਸ ਸਮੇਂ ਫਰਾਂਸ ਕਾਫੀ ਸਾਰੇ ਸੂਬਿਆਂ 'ਚ ਵੰਡਿਆ ਹੋਇਆ ਸੀ, ਤੇ ਉਹਦੇ ਵਿੱਚ ਇਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਹੈ। ਤੇ ਇਹ ਕਦੋਂ ਦਾ ਸਮਾਂ? ਬਿਫੋਰ ਦਾ ਫਸਟ ਵਰਲਡ ਵਾਰ।
ਤਾਂ ਸਾਨੂੰ ਪਤਾ ਬੇਟਾ ਜਿਹੜੀ ਵਰਲਡ ਵਾਰ ਹੋਈ ਹੈ ਇਹ 1914 ਤੋਂ 1919 ਦੇ ਵਿੱਚ ਹੋਈ ਹੈ, ਤੇ ਇਹ ਜਿਹੜਾ ਸਮਾਂ ਹੈ ਇਹ 1914 ਤੋਂ ਪਹਿਲਾਂ ਦਾ ਸਮਾਂ ਹੈ। ਹੁਣ ਤੁਸੀਂ ਯਾਦ ਕਰੋ ਕਿ ਉਹਨਾਂ ਦਾ ਜਨਮ 1905 ਚ ਹੋਇਆ, ਤੇ 1905 ਤੋਂ ਲੈ ਕੇ ਜਿਹੜਾ 14 ਤੱਕ ਦਾ ਸਮਾਂ ਹੈ ਉਹ ਜਿਹੜਾ ਉਹਨਾਂ ਨੇ ਗੁਜ਼ਾਰਿਆ ਆਪਣੇ ਗ੍ਰੈਂਡਫਾਦਰ ਦੇ ਘਰ, ਉਸ ਦਾ ਜ਼ਿਕਰ ਹੈ ਇਸ ਚੈਪਟਰ ਦੇ ਵਿੱਚ। ਤੇ ਇਹਦੇ ਬਾਰੇ ਉਹਨਾਂ ਨੇ ਕਿਹਦੇ ਚ ਲਿਖਿਆ ਹੈ, ਕਿਹੜੀ ਬੁੱਕ ਚ ਲਿਖਿਆ ਹੈ? ਜੋ ਉਹਨਾਂ ਨੇ ਬੁੱਕ ਪਬਲਿਸ਼ ਕੀਤੀ ਸੀ, ਆਟੋਬਾਇਓਗ੍ਰਾਫੀ, ਜੋ ਉਹਨਾਂ ਦੀ ਸਵੈ ਜੀਵਨੀ ਸੀ, ਉਹ ਬੁੱਕ ਦਾ ਨਾਮ ਸੀ ਦਾ ਵਰਡਸ। ਤਾਂ ਦਾ ਵਰਡਸ ਦੇ ਵਿੱਚੋਂ ਇਹ ਬੇਟਾ ਚੈਪਟਰ ਲਿਆ ਗਿਆ, ਛੋਟਾ ਜਿਹਾ ਚੈਪਟਰ ਜੋ ਤੁਹਾਡੇ ਸਿਲੇਬਸ 'ਚ ਸ਼ਾਮਲ ਹੈ। In this passage, notice the child's intense passion for books and the way he discriminates between the different types of books read by his grandparents. ਹੁਣ ਇਸ ਪੈਸੇਜ ਦੇ ਵਿੱਚ ਮਤਲਬ ਕਿ ਜੋ ਤੁਹਾਨੂੰ ਚੈਪਟਰ ਪੜਾਇਆ ਜਾ ਰਿਹਾ ਇਨ ਦਿਸ ਪੈਸੇਜ, ਇਸ ਚੈਪਟਰ ਦੇ ਵਿੱਚ ਇਹ ਗੱਲ ਨੋਟਿਸ ਕਰੋ। ਕੀ ਗੱਲ ਨੋਟਿਸ ਕਰਨੀ ਹੈ ਕਿ ਦਾ ਚਾਈਲਡਸ ਇੰਟੈਂਸ ਪੈਸ਼ਨ। ਇੰਟੈਂਸ ਦਾ ਮਤਲਬ ਹੁੰਦਾ ਬੇਟਾ ਬਹੁਤ ਹੀ ਜ਼ਿਆਦਾ, ਇੰਟੈਂਸ ਪੈਸ਼ਨ ਮਤਲਬ ਬਹੁਤ ਹੀ ਜ਼ਿਆਦਾ। ਬੱਚਾ ਜਦੋਂ ਕੋਈ ਚੀਜ਼ ਕਿਸ ਦੇ ਬਾਰੇ ਸੋਚਦਾ ਹੈ ਉਹਨੂੰ ਆਪਾਂ ਪੈਸ਼ਨ ਦਾ, ਤੁਸੀਂ ਸਮਝਦੇ ਹੀ ਹੋ, ਕੋਈ ਜਜ਼ਬਾ ਹੈ ਨਾ, ਤਾਂ ਬਹੁਤ ਜ਼ਿਆਦਾ ਜਜ਼ਬਾ ਹੈ ਉਸ ਬੱਚੇ ਦਾ। ਕਿਸ ਬੱਚੇ ਦਾ? ਜੌਨ ਪੌਲ ਸਾਰਟਰੇ ਦਾ। ਕਾਦੇ ਲਈ ਹੈ? ਫॉर ਬੁక్స్। ਇਹ ਚੀਜ਼ ਦੇਖਣ ਵਾਲੀ ਹੈ ਕਿ ਇਸ ਬੱਚੇ ਦਾ ਤੁਸੀਂ ਜਜ਼ਬਾ ਦੇਖੋ ਜੋ ਕਿ ਬਹੁਤ ਜ਼ਿਆਦਾ ਇੰਟੈਂਸ ਹੈ ਬੁక్స్ ਦੇ ਪ੍ਰਤੀ, ਅਤੇ ਕਿਸ ਤਰੀਕੇ ਦੇ ਨਾਲ ਐਂਡ ਦਾ ਵੇ ਹੀ ਡਿਸਕ੍ਰਿਮੀਨੇਟਸ। ਡਿਸਕ੍ਰਿਮੀਨੇਟਸ ਦਾ ਮਤਲਬ ਹੁੰਦਾ ਹੈ ਕਿ ਅਲੱਗ-ਅਲੱਗ ਬੁక్స్ ਨੂੰ ਦੇਖਦਾ ਹੈ ਉਹ। ਡਿਸਕ੍ਰਿਮੀਨੇਟ ਦਾ ਮਤਲਬ ਹੁੰਦਾ ਹੈ ਕਿ ਆਪਾਂ ਜਦੋਂ ਇੱਕ ਚੀਜ਼ ਨੂੰ ਦੂਸਰੇ ਚੀਜ਼ ਦੇ ਨਾਲੋਂ ਥੋੜਾ ਜਿਹਾ ਅਲੱਗ ਹੋ ਕੇ ਦੇਖਦੇ ਹਾਂ ਉਹਨੂੰ ਆਪਾਂ ਡਿਸਕ੍ਰਿਮੀਨੇਟ ਕਰਨਾ ਕਹਿੰਦੇ ਆ। ਤਾਂ ਉਹ ਕਿਹੜੀਆਂ ਚੀਜ਼ਾਂ ਨੂੰ ਅਲੱਗ-ਅਲੱਗ ਦੇਖਦਾ ਹੈ? ਬਿਟਵੀਨ ਦਾ ਡਿਫਰੈਂਟ ਟਾਈਪਸ ਆਫ ਬੁక్స్, ਅਲੱਗ-ਅਲੱਗ ਤਰ੍ਹਾਂ ਦੀਆਂ ਬੁక్స్ ਨੂੰ ਜੋ ਕਿ ਉਸਦੇ ਗ੍ਰੈਂਡ ਪੇਰੈਂਟਸ ਪੜ੍ਹਦੇ ਸੀ। ਗ੍ਰੈਂਡ ਪੇਰੈਂਟਸ, ਹੁਣ ਇੱਥੇ ਗ੍ਰੈਂਡ ਪੇਰੈਂਟਸ ਲਿਖਿਆ ਹੋਇਆ, ਦੈਟ ਮੀਨਸ ਉਹ ਆਪਣੇ ਦਾਦੇ ਤੇ ਦਾਦੀ ਦੀ ਗੱਲ ਕਰ ਰਹੇ ਹੈ। ਉਸਦੇ ਗ੍ਰੈਂਡ ਪੇਰੈਂਟਸ ਦੇ ਵਿੱਚ ਨੈਚੁਰਲੀ ਦਾਦਾ ਜੀ ਤੇ ਉਸਦੇ ਦਾਦੀ ਜੀ ਸ਼ਾਮਲ ਹੈ। ਇਹਦਾ ਮਤਲਬ ਇਹ ਹੋਇਆ ਕਿ ਗ੍ਰੈਂਡ ਪੇਰੈਂਟਸ ਜੋ ਬੁੱਕ ਪੜ੍ਹਦੇ ਸੀਗੇ ਉਸ ਸਮੇਂ ਜਦੋਂ ਉਹ ਆਪਣੇ ਚਾਈਲਡਹੁੱਡ ਸੀਗੇ, ਆਪਣੇ ਦਾਦਾ ਜੀ ਕੋਲ ਰਹਿ ਰਹੇ ਸੀ ਜੌਨ ਪੌਲ ਸਾਰਟਰੇ, ਤਾਂ ਉਹ ਜਿਹੜੀਆਂ ਬੁੱਕਸ ਉਹ ਪੜ੍ਹਦੇ ਹੁੰਦੇ ਸੀ ਉਹਨਾਂ ਦੇ ਵਿੱਚ ਉਹ ਅੰਤਰ ਦੇਖਦਾ ਹੈ। ਬੁੱਕਸ ਦੇ ਵਿੱਚ ਅੰਤਰ ਦੇਖਦਾ ਹੈ ਕਿ ਉਹ ਬੁੱਕਸ ਕਿੱਦਾਂ ਦੀਆਂ ਸੀਗੀਆਂ, ਕਿੱਦਾਂ ਦੀਆਂ ਪੜ੍ਹਦੇ ਸੀ, ਦਾਦਾ ਜੀ ਕਿੱਦਾਂ ਦੀਆਂ ਬੁੱਕਸ ਪੜ੍ਹਦੇ ਸੀ ਜਾਂ ਦਾਦੀ ਕਿੱਦਾਂ ਦੀਆਂ ਬੁੱਕ ਪੜ੍ਹਦੀ ਸੀ। ਤਾਂ ਇਹਦੇ ਬਾਰੇ ਬੇਟਾ ਇਹ ਸਾਰਾ ਚੈਪਟਰ ਹੈ। ਤੇ ਇੱਕ ਤਾਂ ਦੇਖੋ ਉਸਨੇ ਡਿਸਕ੍ਰਿਮੀਨੇਸ਼ਨ ਕੀਤੀ ਹੈ, ਉਹਨੇ ਅਲੱਗ-ਅਲੱਗ ਤਰੀਕੇ ਨਾਲ ਤਰ੍ਹਾਂ-ਤਰ੍ਹਾਂ ਦੀਆਂ ਬੁੱਕਸ ਨੂੰ ਦੇਖਿਆ। ਦੂਸਰੀ ਗੱਲ ਆਪਾਂ ਇਸ ਚੈਪਟਰ 'ਚ ਇਹ ਦੇਖਾਂਗੇ ਕਿ ਜੌਨ ਪੌਲ ਸਾਰਟਰੇ ਬਚਪਨ ਤੋਂ ਹੀ ਬੁੱਕਸ ਨਾਲ ਕਿੰਨਾ ਜ਼ਿਆਦਾ ਜੁੜਿਆ ਹੋਇਆ ਸੀ, ਉਹ ਬੁੱਕਸ ਦੇ ਪ੍ਰਤੀ ਕਿੰਨਾ ਜ਼ਿਆਦਾ ਉਸਦਾ ਇੰਟੈਂਸ ਪੈਸ਼ਨ ਸੀ। ਤਾਂ ਇਹ ਸੀ ਜੀ ਬੱਚਿਓ ਸਾਡਾ ਇੰਟਰੋਡਕਟਰੀ ਪੈਰਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ +2 ਕਲਾਸ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਨੇ। ਅਪ੍ਰੈਲ ਐਂਡ ਮਈ ਦੇ ਸਿਲੇਬਸ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਵਿੱਚ ਸ਼ਾਮਿਲ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫॉरगिविंग ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ। ਇਹ ਸਾਰੇ ਚੈਪਟਰਸ ਦੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਨਾਲ ਇਹਨਾਂ ਚੈਪਟਰਸ ਦੇ ਕੁਐਸਚਨ ਆਨਸਰਸ ਨੂੰ ਵੀ ਡਿਸਕਸ ਕੀਤਾ ਹੈ ਤੇ ਵੋਕੈਬਲਰੀ ਵਿਦ ਸੋਲੂਸ਼ਨਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਰਨਸ ਦੇ ਚੈਪਟਰਸ, ਪਹਿਲਾ ਚੈਪਟਰ ਜਿਵੇਂ ਕਿ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਅਤੇ ਫੋਰਥ ਚੈਪਟਰ ਦਾ ਗੈਂਬਲਿੰਗ ਮੈਚ, ਇਹਨਾਂ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਵੀਡੀਓਜ਼ ਅਤੇ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਇਹ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਹਾਨੂੰ ਇਹਨਾਂ ਚੈਪਟਰਸ ਦੇ ਨਾਲ ਰਿਲੇਟਡ ਮੇਰੇ ਬਣਾਏ ਹੋਏ ਸਾਰੇ ਵੀਡੀਓਜ਼ ਮਿਲ ਜਾਣਗੇ। ਇਹ ਚੈਪਟਰ ਜ਼ਰਾ ਬੇਟਾ ਸਮਝਣ ਦੀ ਕੋਸ਼ਿਸ਼ ਕਰਿਓ, ਬਹੁਤ ਹੀ ਛੋਟਾ ਜਿਹਾ ਚੈਪਟਰ ਹੈ, ਲੇਕਿਨ ਆਪਾਂ ਇਸ ਦੀਆਂ 2 ਲੈਕਚਰ ਲਾਵਾਂਗੇ ਤਾਂ ਕਿ ਤੁਹਾਨੂੰ ਦਿੱਕਤ ਨਾ ਆਵੇ ਚੈਪਟਰ ਸਮਝਣ 'ਚ। ਕੱਲ ਨੂੰ ਆਪਾਂ ਇਸ ਨੂੰ ਕੰਪਲੀਟ ਕਰ ਲਾਂਗੇ। ਚੈਪਟਰ 'ਚ ਕੁਝ ਵੀ ਨਹੀਂ ਹੈ, ਜਸਟ ਉਹ ਆਪਣੀਆਂ ਬਚਪਨ ਦੀਆਂ ਯਾਦਾਂ ਦੱਸ ਰਿਹਾ ਹੈ, ਲੇਕਿਨ ਕਿਸ ਤਰੀਕੇ ਨਾਲ ਦੱਸ ਰਿਹਾ ਹੈ ਇਹ ਦੇਖਣ ਵਾਲੀ ਗੱਲ ਹੈ। ਤਾਂ ਥੋੜਾ ਸਮਝਿਓ, ਜੇ ਤੁਸੀਂ ਸਮਝੋਗੇ ਤਾਂ ਤੁਹਾਨੂੰ ਇਹਦੇ ਕੁਐਸਚਨ ਆਨਸਰਸ ਬਿਲਕੁਲ ਵੀ ਔਖੇ ਨਹੀਂ ਲੱਗਣਗੇ। ਜੇ ਤੁਸੀਂ ਇਹ ਚੈਪਟਰ ਨਾ ਸਮਝਿਆ ਤਾਂ ਫਿਰ ਕੁਐਸਚਨ ਆਨਸਰਸ ਤੁਹਾਨੂੰ ਜਮੇ ਹੀ ਸਮਝ ਨਹੀਂ ਆਣੇ। ਇਹ ਕੁਝ ਜਿਹੜਾ ਚੈਪਟਰ ਹੈ ਜਿਸ ਤਰ੍ਹਾਂ ਦਾ ਆਪਾਂ ਪਹਿਲਾਂ ਪੜ੍ਹਿਆ ਸੀ ਟਰਕਿਸ਼ ਕੈਟਾਸਟ੍ਰਫੀ, ਉਦਾਂ ਦਾ ਚੈਪਟਰ ਹੈ, ਬਿਕੋਜ਼ ਇਸ ਦੇ ਲਾਈਨਸ ਨੂੰ ਸਮਝਣ ਦੀ ਜ਼ਰੂਰਤ ਹੈ, ਫਿਰ ਕੁਐਸਚਨ ਸਾਨੂੰ ਈਜ਼ੀਲੀ ਯਾਦ ਹੋ ਜਾਣਗੇ। ਅਦਰਵਾਈਜ਼ ਫਿਰ ਤੁਸੀਂ ਰੱਟੇ ਲਾਓਗੇ, ਰੱਟੇ ਰੁੱਟੇ ਤੁਹਾਡੇ ਚੱਲਣੇ ਨਹੀਂ ਹੈਗੇ। ਤਾਂ ਫਿਰ ਜ਼ਿਆਦਾ ਜ਼ਰੂਰੀ ਹੈ ਬੇਟਾ ਕਿ ਆਪਾਂ ਚੈਪਟਰ ਨੂੰ ਸਮਝੀਏ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਤਾਂ ਇਹ ਵੀ ਦੇਖੋ ਪੁਆਇੰਟਸ ਦੇ ਵਿੱਚ ਹੈ। ਤਾਂ ਪਹਿਲੇ ਪੁਆਇੰਟ ਦੇ ਵਿੱਚ ਲਿਖਿਆ ਹੈ I began my life as I shall no doubt end it among books.
ਇੱਕ ਲਾਈਨ ਦੇ ਵਿੱਚ ਉਸਨੇ ਬਹੁਤ ਗੱਲਾਂ ਕਹਿਤੀਆਂ ਜੌਨ ਪੌਲ ਸਾਰਟਰੇ ਨੇ। ਉਹ ਕਹਿੰਦਾ ਮੈਨੇ ਆਪਣੀ ਜ਼ਿੰਦਗੀ ਨੂੰ ਸ਼ੁਰੂਆਤ ਕੀਤੀ ਜਿਵੇਂ ਕਿ ਮੈਨੂੰ ਲੱਗਦਾ ਹੈ ਬਿਨਾਂ ਸ਼ੱਕ, ਨੋ ਡਾਊਟ ਦਾ ਮਤਲਬ ਮੈਨੂੰ ਬਿਨਾਂ ਸ਼ੱਕ ਇਹ ਮੈਂ ਗੱਲ ਕਹਿ ਸਕਦਾ ਕਿ ਮੈਂ ਉਵੇਂ ਉਸ ਨੂੰ ਐਂਡ ਕਰੂੰਗਾ। ਦੇਖੋ ਦੋ ਗੱਲਾਂ ਕਹਿ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਮੈਨੂੰ ਲੱਗਦਾ ਹੈ ਬਿਨਾਂ ਸ਼ੱਕ ਮੈਂ ਉਵੇਂ ਹੀ ਆਪਣੀ ਜ਼ਿੰਦਗੀ ਖਤਮ ਕਰੂੰਗਾ। ਕਿਵੇਂ? ਐਮੰਗ ਬੁੱਕਸ ਦੇ ਵਿਚਕਾਰ। ਇੱਥੇ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਬੁੱਕਸ ਦੇ ਨਾਲ ਕੀਤੀ, ਕਿਤਾਬਾਂ ਦੇ ਨਾਲ ਕੀਤੀ ਅਤੇ ਮੈਂ ਕਿਤਾਬਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਖਤਮ ਕਰੂੰਗਾ। ਉਹ ਇਹ ਕਹਿਣਾ ਚਾਹ ਰਿਹਾ ਹੈ ਕਿ ਮੈਂ ਸਾਰੀ ਉਮਰ ਕਿਤਾਬਾਂ ਦੇ ਨਾਲ ਜੁੜਿਆ ਰਹੂੰਗਾ। ਪਹਿਲੀ ਲਾਈਨ ਤੋਂ ਬੇਟਾ ਇਹ ਗੱਲ ਕਲੀਅਰ ਹੈ। ਤੇ ਇੱਕ ਗੱਲ ਹੋਰ ਨੋਟ ਕਰੋ, ਇੱਥੇ ਉਹ ਬਿਗੇਨ ਦੇ ਜਿਹੜੇ ਵਰਡਸ ਉਸਨੇ ਪਾਏ ਨੇ ਉਹ ਕੈਪੀਟਲ ਵਰਡਸ ਪਾਏ ਨੇ। ਉਹ ਆਮ ਤੌਰ ਤੇ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਪਹਿਲਾ ਹੀ ਅੱਖਰ ਵੱਡਾ ਹੁੰਦਾ, ਬਾਕੀ ਸਾਰੇ ਅੱਖਰ ਛੋਟੇ ਹੁੰਦੇ। ਉਹਨੂੰ ਬਿਗੇਨ ਕੋਈ ਕਿਸੇ ਪਰਸਨ ਦਾ ਨਾਮ ਤਾਂ ਹੈ ਨਹੀਂ, ਇਹ ਕੋਈ ਪ੍ਰੋਪਰ ਨਾਉਨ ਤਾਂ ਹੈ ਨਹੀਂ, ਤਾਂ ਇਸ ਕਰਕੇ ਆਪਾਂ ਇਸ ਦਾ ਪਹਿਲਾ ਅੱਖਰ ਵੀ ਵੱਡਾ ਨਹੀਂ ਪਾ ਸਕਦੇ। ਇਹਨੇ ਤਾਂ ਸਾਰੇ ਹੀ ਪਾਤੇ। ਤਾਂ ਬਿਗੇਨ ਤਾਂ ਐਕਚੁਅਲੀ ਵਰਬ ਹੈ, ਬਿਗਨ ਦੂਜੀ ਵਰਬ ਪਾਈ ਹੋਈ ਹੈ, ਪਾਸਟ ਟੈਂਸ ਹੈ। ਤਾਂ ਉਸਨੇ ਬਿਗੇਨ ਨੂੰ ਇਸ ਤਰ੍ਹਾਂ ਵਰਡਸ ਕਿਉਂ ਪਾਇਆ? ਬਿਕੋਜ਼ ਉਹ ਥੋੜਾ ਜਿਹਾ ਸਟ੍ਰੈਸ ਦੇਣਾ ਚਾਹੁੰਦਾ ਹੈ। ਇੱਥੇ ਮੈਂ ਥੋੜਾ ਜਿਹਾ ਇਹ ਦੱਸ ਦਿੰਦਾ। ਦੇਖੋ ਬੇਟਾ, ਜਦੋਂ ਆਪਾਂ ਪੈਦਾ ਹੁੰਨੇ ਆ, ਬੱਚੇ ਹੁੰਨੇ ਆ, ਜਿਸ ਟਾਈਮ ਆਪਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਉਸ ਟਾਈਮ ਸਪੋਜ਼ ਕਰੋ ਤੁਹਾਡੇ ਅੱਗੇ ਕੋਈ ਬੁੱਕ ਰੱਖਤੀ ਜਾਵੇ। ਹੁਣ ਤੁਸੀਂ ਤਾਂ ABC ਵੀ ਨਹੀਂ ਜਾਣਦੇ ਜਾਂ ਉਡਾੜਾ ਵੀ ਨਹੀਂ ਜਾਣਦੇ, ਤੁਹਾਨੂੰ ਬੁੱਕ ਫੜਾਤੀ ਜਾਵੇ ਤਾਂ ਫਿਰ ਤੁਸੀਂ ਕਿਦਾਂ ਦਾ ਮਹਿਸੂਸ ਕਰੋਗੇ? ਇੱਥੇ ਉਹ ਇਹੀ ਗੱਲ ਕਹਿ ਰਹੇ ਹੈ ਕਿ ਜਦੋਂ ਮੈਂ ਪੜ੍ਹਨਾ ਲਿਖਣਾ ਨਹੀਂ ਸੀ ਜਾਣਦਾ, ਉਦੋਂ ਤੋਂ ਹੀ ਬੁੱਕਸ ਦੇ ਵਿੱਚ ਵਿਚਰ ਰਿਹਾ ਮੈਂ। ਇੱਥੇ ਉਹ ਬਿਗੇਨ ਦਾ ਮਤਲਬ ਇਹ ਹੈ ਕਿ ਜਦੋਂ ਮੈਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਜਦੋਂ ਮੈਨੂੰ ਥੋੜੀ ਜਿਹੀ ਸੋਝੀ ਆਈ, ਤਾਂ ਉਸ ਸਮੇਂ ਹੀ ਮੈਂ ਬੁੱਕਸ ਦੇ ਵਿੱਚ ਸੀ ਤੇ ਮੈਨੂੰ ਐਂ ਲੱਗਦਾ ਹੈ ਕਿ ਮੇਰੀ ਮੌਤ ਵੀ ਬੁੱਕਸ ਦੇ ਨਾਲ ਹੀ ਹੋਊਗੀ। ਅੱਗੇ ਚੱਲਦੇ ਹਾਂ ਜੀ। ਸੈਕਿੰਡ, ਇਨ ਮਾਈ ਗ੍ਰੈਂਡਫਾਦਰਸ ਸਟੱਡੀ ਦੇ ਵਰ ਐਵਰੀਵੇਅਰ। ਕਹਿੰਦੇ ਮੇਰੇ ਗ੍ਰੈਂਡਫਾਦਰਸ, ਦੇਖੋ ਗ੍ਰੈਂਡਫਾਦਰਸ ਤੋਂ ਬਾਅਦ ਐਪੋਸਟ੍ਰੋਫੀ ਪਈ ਹੈ, ਤਾਂ ਗ੍ਰੈਂਡਫਾਦਰਸ ਸਟੱਡੀ, ਇੱਥੇ ਸਟੱਡੀ ਦਾ ਮਤਲਬ ਸਟੱਡੀ ਰੂਮ ਤੋਂ ਹੈ। ਦੇਖੋ ਘਰ 'ਚ ਰਹਿ ਰਹੇ ਹਨ ਨਾ, ਤਾਂ ਘਰ ਦੇ ਵਿੱਚ ਸਟੱਡੀ ਰੂਮ ਵੀ ਹੁੰਦਾ ਹੈ, ਬੈਡਰੂਮ ਵੀ ਹੁੰਦਾ ਹੈ, ਡਰਾਇੰਗ ਰੂਮ ਵੀ ਹੁੰਦਾ। ਤਾਂ ਉਸਦੇ ਗ੍ਰੈਂਡਫਾਦਰ ਦਾ, ਦਾਦਾ ਜੀ ਦਾ ਇੱਕ ਸਟੱਡੀ ਰੂਮ ਸੀ, ਤਾਂ ਉਸ ਦੀ ਗੱਲ ਕਰ ਰਿਹਾ। ਕਹਿੰਦੇ ਮੇਰੇ ਗ੍ਰੈਂਡਫਾਦਰ ਦੇ ਸਟੱਡੀ ਰੂਮ ਦੇ ਵਿੱਚ ਦੇ ਵਰ ਐਵਰੀਵੇਅਰ, ਉਹ ਹਰ ਕਿਤੇ ਸੀਗੀਆਂ। ਦੇ ਦਾ ਮਤਲਬ ਇੱਥੇ ਕਿਹਨੂੰ ਕਿਹਾ ਗਿਆ? ਬੁੱਕਸ ਨੂੰ ਕਿਹਾ ਗਿਆ ਕਿ ਉਹ ਹਰ ਜਗ੍ਹਾ ਸੀਗੀਆਂ। ਸਟੱਡੀ ਰੂਮ 'ਚ ਬੁੱਕਸ ਹੀ ਹੋਣਗੀਆਂ। It was forbidden to dust them except once a year before the October term. ਕਹਿੰਦੇ ਇਹ ਫੋਰਬਿਡਨ ਸੀ। ਨਾ, ਫੋਰਬਿਡਨ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਸਾਨੂੰ ਇਜਾਜ਼ਤ ਨਹੀਂ ਮਿਲਦੀ ਕਿਸੇ ਕੰਮ ਕਰਨ ਨੂੰ। ਆਪਾਂ ਇੰਗਲਿਸ਼ 'ਚ ਆਪਾਂ ਇਹਨੂੰ ਕਹਿੰਦੇ ਆ ਕਿ ਨੋਟ ਅਲਾਉਡ, ਕਿ ਇਹ ਸਾਡੇ ਲਈ ਅਲਾਉਡ ਨਹੀਂ ਸੀ, ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ ਕਿ ਅਸੀਂ ਇਹਨਾਂ ਨੂੰ ਡਸਟ ਕਰੀਏ। ਡਸਟ ਦਾ ਮਤਲਬ ਕਿ ਇੱਥੇ ਕੱਪੜਾ ਮਾਰੀਏ, ਇਸ ਤੋਂ ਉੱਪਰ ਮਿੱਟੀ ਝਾੜੀਏ। ਡਸਟ ਉਹਨੂੰ ਹੀ ਕਰਨਾ ਕਹਿੰਦੇ ਨੇ। ਡਸਟ ਇੱਥੇ ਵਰਬ ਦੇ ਤੌਰ ਤੇ ਯੂਜ਼ ਹੋਇਆ, ਬਜਾਏ ਵਨਸ ਅ ਈਅਰ, ਸਿਰਫ ਸਾਲ 'ਚ ਇੱਕ ਵਾਰੀ ਅਜਿਹਾ ਕਰਨ ਲਈ ਸਾਨੂੰ ਕਿਹਾ ਜਾਂਦਾ ਸੀ, ਡਸਟਿੰਗ ਕਰਨ ਦੇ ਲਈ। ਅਦਰਵਾਈਜ਼ ਪੂਰਾ ਸਾਲ ਅਸੀਂ ਕਿਤਾਬਾਂ ਦੀ ਡਸਟਿੰਗ ਨਹੀਂ ਸੀ ਕਰਦੇ। ਅਤੇ ਉਹ ਕਦੋਂ ਹੁੰਦੀ ਸੀ? ਬਿਫੋਰ ਦਾ ਅਕਤੂਬਰ ਟਰਮ, ਮਤਲਬ ਅਕਤੂਬਰ ਤੋਂ ਪਹਿਲਾਂ ਡਸਟਿੰਗ ਕੀਤੀ ਜਾਂਦੀ ਸੀ। ਅਦਰਵਾਈਜ਼ ਪੂਰੇ ਸਾਲ ਦੇ ਵਿੱਚ ਕਿਤਾਬਾਂ ਦੀ ਡਸਟਿੰਗ ਨਹੀਂ ਸੀ ਕੀਤੀ ਜਾਂਦੀ। ਹੁਣ ਇਹ ਕਿਉਂ ਨਹੀਂ ਕੀਤੀ ਜਾਂਦੀ? ਤਾਂ ਇੱਥੇ ਇਹ ਹੋ ਸਕਦਾ ਬੱਚਿਓ, ਕਿਉਂਕਿ ਉਹ ਗ੍ਰੈਂਡਫਾਦਰ, ਉਸਦੇ ਦਾਦਾ ਜੀ ਦਾ ਸਟੱਡੀ ਰੂਮ ਸੀ, ਤਾਂ ਹੋ ਸਕਦਾ ਹੈ ਕਿ ਗ੍ਰੈਂਡਫਾਦਰ ਨੇ ਉਹ ਜਿਹੜੀਆਂ ਬੁੱਕਸ ਰੱਖੀਆਂ ਹੋਈਆਂ ਸੀ ਥੋੜ੍ਹੀਆਂ ਟਿਕਾ ਕੇ ਰੱਖੀਆਂ ਹੋਣਗੀਆਂ, ਤਰੀਕੇ ਨਾਲ ਰੱਖੀਆਂ ਹੋਣਗੀਆਂ, ਤੇ ਉਹ ਨਹੀਂ ਸੀ ਚਾਹੁੰਦੇ ਕਿ ਕੋਈ ਡਸਟਿੰਗ ਕੀਤੀ ਜਾਵੇ ਤੇ ਇੱਧਰ ਉੱਧਰ ਬੁੱਕ ਹੋ ਜੇ, ਤੇ ਜਿਹੜੀ ਮੈਂ ਕੋਈ ਮਤਲਬ ਸੀਰੀਅਲ ਵਾਈਜ਼ ਬੁੱਕਸ ਲਾਈਆਂ ਨੇ ਉਹ ਸੀਰੀਅਲ ਵਾਈਜ਼ ਨਾ ਹੋਣ। ਕੋਈ ਬੁੱਕ ਇੱਧਰ ਕੋਈ ਰੱਖ ਦੇਵੇ ਡਸਟਿੰਗ ਕਰਨ ਤੋਂ ਬਾਅਦ ਇੱਧਰ, ਉਹ ਤਾਂ ਹੋ ਸਕਦਾ ਹੈ ਇਹ ਇੱਕ ਕਾਰਨ ਹੋ ਸਕਦਾ ਹੈ ਕਿ ਡਸਟਿੰਗ ਉਹ ਅਲਾਉ ਨਹੀਂ ਸੀ ਕਰਦੇ। Even before I could read, I already revered these ray stones upright or leaning. ਮੈਂ ਤੁਹਾਨੂੰ ਦੱਸਿਆ ਨਾ ਕਿ ਹਜੇ ਉਹ ਪੜ੍ਹਨਾ ਲਿਖਣਾ ਨਹੀਂ ਸੀ ਜਾਣਦਾ। ਇੱਥੇ ਉਹੀ ਗੱਲ ਕਹਿ ਰਿਹਾ ਹੈ, ਮਤਲਬ ਉਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਪੜ੍ਹਨਾ ਜਾਣਦਾ, ਮੇਰੇ ਪੜ੍ਹਨ ਤੋਂ ਪਹਿਲਾਂ, ਮਤਲਬ ਉਸ ਸਮੇਂ ਜਾਣਦਾ ਨਹੀਂ ਸੀ, ਉਦੋਂ ਦੀ ਗੱਲ ਕਰ ਰਿਹਾ ਹੈ। I already revered ਸ਼ਬਦ ਪਹਿਲਾਂ ਵੀ ਇੱਕ ਚੈਪਟਰ 'ਚ ਆਇਆ ਸੀ। ਇਹਦਾ ਮਤਲਬ ਹੁੰਦਾ ਹੈ ਰਿਸਪੈਕਟਡ। ਮੈਂ ਉਹਨਾਂ ਦੀ ਰਿਸਪੈਕਟ ਕਰਦਾ ਸੀ। ਹਾਲਾਂਕਿ ਦੇਖੋ ਬੁੱਕਸ ਨੂੰ ਪੜ੍ਹਨਾ ਨਹੀਂ ਸੀ ਜਾਣਦਾ, ਛੋਟਾ ਸੀ ਅਜੇ, ਪੜ੍ਹਨਾ ਲਿਖਣਾ ਸਿੱਖਿਆ ਨਹੀਂ ਸੀ, ਲੇਕਿਨ ਫਿਰ ਵੀ ਉਹ ਉਹਨਾਂ ਦੀ ਰਿਸਪੈਕਟ ਕਰਦਾ ਸੀ। ਤੇ ਉਸਨੇ ਇੱਥੇ ਦੀਜ਼ ਕਿਹਨੂੰ ਕਿਹਾ ਗਿਆ? ਫਿਰ ਬੁੱਕਸ ਨੂੰ ਕਿਹਾ ਗਿਆ। ਤੇ ਬੁੱਕਸ ਨੂੰ ਦੇਖੋ ਇੱਥੇ ਉਹਨੇ ਰੇਜ਼ਡ ਸਟੋਨਸ ਕਿਹਾ। ਰੇਜ਼ਡ ਸਟੋਨਸ, ਸਟੋਨਸ ਦਾ ਮਤਲਬ ਜਿਹੜਾ ਹੁੰਦਾ ਪੱਥਰ, ਰੇਜ਼ ਦਾ ਮਤਲਬ ਹੁੰਦਾ ਥੋੜੇ ਜਿਹੇ ਉੱਚੇ ਉੱਠੇ ਹੋਏ, ਹਨਾ, ਰੇਜ਼ਡ ਸਟੋਨਸ। ਤਾਂ ਇੱਥੇ ਰੇਜ਼ਡ ਸਟੋਨਸ ਕਿਹਾ ਉਹਨੇ ਬੁੱਕਸ ਨੂੰ। ਇਸ ਚੈਪਟਰ ਦੇ ਵਿੱਚ ਨਾ ਉਸਨੇ ਬੁੱਕਸ ਨੂੰ ਤਰ੍ਹਾਂ ਤਰ੍ਹਾਂ ਦੇ ਨਾਵਾਂ ਨਾਲ ਪੁਕਾਰਿਆ।
ਇਹ ਤੁਹਾਨੂੰ ਮਲਟੀਪਲ ਚੁਆਇਸ ਕੁਐਸਚਨ ਦੇ ਵਿੱਚ ਇਹ ਕੁਐਸਚਨ ਆ ਸਕਦਾ ਹੈ ਕਿ ਉਸਨੇ ਬੁక్స్ ਨੂੰ ਕਿਹੜੇ ਨਾਵਾਂ ਨਾਲ ਪੁਕਾਰਿਆ। ਤਾਂ ਰੇਜ਼ਡ ਸਟੋਨਸ ਕਿਹਾ ਉਸਨੇ, ਹਾਲਾਂਕਿ ਸਟੋਨ ਤਾਂ ਪੱਥਰ ਹੈ ਲੇਕਿਨ ਉੱਥੇ ਉਸਨੇ ਸਟੋਨਸ ਦੇ ਅੱਗੇ ਰੇਜ਼ਡ ਲਗਾਤਾ। ਆਪਾਂ ਬੁੱਕ ਨੂੰ ਜਿਵੇਂ ਖੜਾ ਕਰ ਦਿੰਦੇ ਬੇਟਾ, ਖੜਾ ਕਰਕੇ ਰੱਖਦੇ ਆ ਸ਼ੈਲਫ ਤੇ, ਉਹਨੂੰ ਉਹਨੇ ਰੇਜ਼ਡ ਸਟੋਨਸ ਕਿਹਾ। ਅਪਰਾਈਟ ਔਰ ਲੀਨਿੰਗ, ਅਪਰਾਈਟ ਦਾ ਮਤਲਬ ਸਿੱਧਾ, ਜਿਸਨੂੰ ਆਪਾਂ ਇੰਗਲਿਸ਼ ਕਹਿੰਦੇ ਆ ਸਟ੍ਰੇਟ, ਤੇ ਲੀਨਿੰਗ ਦਾ ਮਤਲਬ ਥੋੜਾ ਜਿਹਾ ਤਿਰਛਾ, ਜਿਹਨੂੰ ਆਪਾਂ ਇੰਗਲਿਸ਼ ਕਹਿ ਦਿੰਦੇ ਆ ਬੈਂਡਿੰਗ। ਤਾਂ ਤਿਰਛੀਆਂ ਵੀ ਬੁੱਕਸ ਪਈਆਂ ਹੋਈਆਂ ਸੀ ਤੇ ਸਿੱਧੀਆਂ ਵੀ ਖੜੀਆਂ ਸੀ ਬੁੱਕਸ, ਹਾਲਾਂਕਿ ਉਸਨੇ ਬੁੱਕਸ ਨੂੰ ਰੇਜ਼ਡ ਸਟੋਨਸ ਕਿਹਾ। ਵੈਜਡ ਟੂਗੇਦਰ ਲਾਈਕ ਬ੍ਰਿਕਸ ਔਨ ਦਾ library shelves or nobly spaced like avenues of dolmens। wedged together ਦਾ ਮਤਲਬ ਹੁੰਦਾ ਹੈ ਕਿ ਫਸਾ ਕੇ ਰੱਖੀਆਂ ਹੋਈਆਂ ਸੀ ਬੁੱਕਸ ਦੇ ਵਿੱਚ, ਬੁੱਕਸ ਫਸਾ ਕੇ ਰੱਖੀਆਂ ਹੋਈਆਂ ਸੀ, ਜਿਵੇਂ ਕਿ ਇੱਟਾਂ ਨੂੰ ਜੋੜ ਜੋੜ ਕੇ ਲਾਇਆ ਜਾਂਦਾ ਹੈ। ਬ੍ਰਿਕਸ ਦਾ ਮਤਲਬ ਇੱਥੇ ਇੱਟਾਂ ਨੂੰ ਕਿਹਾ ਗਿਆ। ਕਿੱਥੇ ਰੱਖੀਆਂ ਹੋਈਆਂ ਸੀ? ਔਨ ਦਾ ਲਾਇਬ੍ਰੇਰੀ ਸ਼ੈਲਵਸ, ਉਸਨੇ ਸਟੱਡੀ ਰੂਮ ਦੇ ਵਿੱਚ ਜਿਹੜੀ ਸ਼ੈਲਵਸ, ਕੰਸ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ, ਉਹ ਕੰਸਾਂ ਬਣਾਈਆਂ ਹੋਈਆਂ ਸੀਗੀਆਂ, ਉਹਦੇ ਉੱਪਰ ਉਸਨੇ ਇਸ ਤਰ੍ਹਾਂ ਬੁੱਕਸ ਰੱਖੀਆਂ ਹੋਈਆਂ ਸੀ। ਔਰ ਨੋਬਲੀ ਸਪੇਸਡ, ਜਾਂ ਫਿਰ ਉਸਨੇ ਬੜੇ ਤਰੀਕੇ ਨਾਲ ਸਪੇਸ ਕੀਤੀਆਂ ਹੋਈਆਂ ਸੀ, ਰੱਖੀਆਂ ਹੋਈਆਂ ਸੀ। ਨੋਬਲੀ ਦਾ ਮਤਲਬ ਬੜੇ ਵਧੀਆ ਢੰਗ ਨਾਲ, ਜਿਵੇਂ ਕਿ ਅਵੈਨਿਊਜ਼ ਆਫ ਡੋਲਮਨਸ ਹੁੰਦੇ ਆ। ਨਾ ਇੱਥੇ ਡੋਲਮਨ ਸ਼ਬਦ ਬੇਟਾ ਤੁਹਾਡੇ ਗਲੋਸਰੀ ਚ ਵੀ ਲਿਖਿਆ ਹੋਇਆ, ਆਪਾਂ ਪਹਿਲਾਂ ਦੇਖ ਲੈਂਦੇ ਆ ਕਿ ਗਲੋਸਰੀ ਚ ਡੋਲਮਨਸ ਦਾ ਮਤਲਬ ਕੀ ਹੈ। ਤਾਂ ਡੋਲਮਨ ਆ ਦੇਖੋ ਤੁਹਾਡੇ ਨੋਟਸ ਚ ਹੈ, ਇਹ ਹੈ ਕਿ ਪ੍ਰੀ ਹਿਸਟੋਰਿਕ ਸਟਰਕਚਰ ਆਫ ਲਾਰਜ ਫਲੈਟ ਸਟੋਨਸ ਲੇਡ ਹੌਰੀਜ਼ੈਂਟਲੀ ਔਰ ਅਪਰਾਈਟ ਸਟੋਨਸ। ਤਾਂ ਬੱਚਿਓ ਇਹ ਨਾ ਪੁਰਾਣੇ ਲੋਕ ਰੱਖਦੇ ਸੀ ਕਿ ਪ੍ਰੀ ਹਿਸਟੋਰਿਕ ਦਾ ਮਤਲਬ ਕਿ ਬਹੁਤ ਹੀ ਪੁਰਾਣਾ ਸਮਾਂ, ਜਿਸ ਦੇ ਵਿੱਚ ਨਾ ਲਾਰਜ ਫਲੈਟ ਸਟੋਨਸ, ਵੱਡੇ ਵੱਡੇ ਸਟੋਨਸ ਰੱਖੇ ਜਾਂਦੇ ਸੀ ਕੁਝ ਇਸ ਤਰੀਕੇ ਦੇ ਨਾਲ। ਮੈਂ ਤੁਹਾਨੂੰ ਥੋੜੀ ਜਿਹੀ ਸ਼ੇਪ ਜੀ ਬਣਾ ਕੇ ਦੱਸਦਾ। ਜਿਵੇਂ ਸਪੋਜ਼ ਕਰੋ ਇੱਕ ਆਹ ਪੱਥਰ ਹੋਵੇ, ਇੱਕ ਆਹ ਪੱਥਰ ਹੋਵੇ, ਇਹਦੇ ਉੱਪਰ ਇਸ ਤਰ੍ਹਾਂ ਪੱਥਰ ਇੱਕ ਰੱਖਤਾ ਜਾਵੇ, ਜਾਂ ਕਈ ਵਾਰੀ ਖੜੇ ਦੋ ਰੱਖੇ ਜਾਂਦੇ ਸੀ ਪੱਥਰ ਇਸ ਤਰ੍ਹਾਂ। ਤਾਂ ਇਸ ਤਰੀਕੇ ਦੀਆਂ ਸ਼ੇਪਸ ਜਿਹੜੀਆਂ ਨੇ ਨਾ ਪੱਥਰਾਂ ਦੀਆਂ, ਉਹਨੂੰ ਆਪਾਂ ਡੋਲਮਨਸ ਕਹਿੰਦੇ ਆ। ਤਾਂ ਐਵੇਂ ਵੀ ਜਿਹੜੀ ਲਾਇਬ੍ਰੇਰੀ ਦੇ ਵਿੱਚ ਬੁੱਕਸ ਨੇ ਉਹ ਰੱਖੀਆਂ ਹੋਈਆਂ ਸੀ, ਮਤਲਬ ਡੋਲਮਨਸ ਦੀ ਸ਼ੇਪ ਦੇ ਵਿੱਚ ਵੀ ਬੁੱਕਸ ਜਿਹੜੀਆਂ ਸੀ ਉਹ ਰੱਖੀਆਂ ਗਈਆਂ ਸੀ। ਇੱਥੇ ਅਵੈਨਿਊਜ਼ ਸ਼ਬਦ ਵੀ ਆਇਆ। ਅਵੈਨਿਊਜ਼ ਦਾ ਮਤਲਬ ਹੁੰਦਾ ਬੇਟਾ ਜਿਵੇਂ ਇੱਕ ਛੋਟਾ ਜਿਹਾ ਰੋਡ ਹੁੰਦਾ ਹੈ, ਰਸਤਾ ਹੁੰਦਾ, ਉਸਨੂੰ ਕਹਿੰਦੇ ਆ। ਤਾਂ ਜਿਵੇਂ ਡੋਲਮਨਸ ਦੇ ਰਸਤੇ ਬਣੇ ਹੁੰਦੇ ਆ, ਇਸ ਤਰ੍ਹਾਂ ਉਸਨੇ ਕਿਤਾਬਾਂ ਨੂੰ ਬਣਾ ਕੇ ਰੱਖਿਆ ਹੋਇਆ ਸੀ ਜਗ੍ਹਾ ਜਗ੍ਹਾ ਤੇ। I felt that our family prosperity dependent on them। ਕਹਿੰਦੇ ਮੈਨੂੰ ਐ ਲੱਗਦਾ ਹੈ ਕਿ ਜਿਹੜੀ ਮੇਰੀ ਫੈਮਿਲੀ ਦੀ ਪ੍ਰੋਸਪੈਰਿਟੀ ਸੀਗੀ, ਪ੍ਰੋਸਪੈਰਿਟੀ ਦਾ ਮਤਲਬ ਹੁੰਦਾ ਬੇਟਾ ਪੰਜਾਬੀ ਚ ਖੁਸ਼ਹਾਲੀ, ਕਿ ਮੇਰੀ ਜਿਹੜੀ ਫੈਮਿਲੀ ਦੀ ਖੁਸ਼ਹਾਲੀ ਹੈ ਉਹ ਇਹਨਾਂ ਤੇ ਡਿਪੈਂਡ ਕਰਦੀ ਹੈ। ਡਿਪੈਂਡ ਦਾ ਮਤਲਬ ਉਸ ਦੇ ਉੱਪਰ ਉਹ ਨਿਰਭਰ ਕਰਦੀ ਹੈ। ਇੱਥੇ them ਦਾ ਮਤਲਬ ਫਿਰ ਕਿਹਨੂੰ ਕਿਹਾ ਗਿਆ? ਬੁੱਕਸ ਨੂੰ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਰਾਈਟਰ ਬੁੱਕਸ ਦੇ ਪ੍ਰਤੀ ਕਿੰਨਾ ਜ਼ਿਆਦਾ ਰਿਸਪੈਕਟਫੁਲ ਹੈ। ਆਮ ਤੌਰ ਤੇ ਫੈਮਿਲੀ ਦੀ ਖੁਸ਼ਹਾਲੀ ਕਦੋਂ ਮੰਨੀ ਜਾਂਦੀ ਹੈ? ਜਦੋਂ ਫੈਮਿਲੀ ਕੋਲੇ ਬਹੁਤ ਜ਼ਿਆਦਾ ਪੈਸਾ ਹੋਵੇ, ਜਾਂ ਫਿਰ ਕਹਿ ਲਓ ਕਿ ਆਪਸੀ ਪਿਆਰ ਹੋਵੇ ਫੈਮਿਲੀ 'ਚ, ਹੈ ਨਾ। ਆਪਾਂ ਉਦੋਂ ਕਹਿੰਦੇ ਕਿ ਫੈਮਿਲੀ ਬੜੀ ਖੁਸ਼ਹਾਲ ਹੈ। ਲੇਕਿਨ ਇੱਥੇ ਦੇਖੋ ਰਾਈਟਰ ਕੀ ਕਹਿ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਫੈਮਿਲੀ ਖੁਸ਼ਹਾਲ ਸੀ ਉਹ ਕਿਸੇ ਪੈਸੇ ਨਾਲ ਜਾਂ ਕੋਈ ਆਪਸੀ ਪਿਆਰ ਮੁਹੱਬਤ ਨਾਲ ਸੀ, ਲੇਕਿਨ ਮੈਨੂੰ ਐ ਲੱਗਦਾ ਹੈ ਕਿ ਮੇਰੀ ਫੈਮਿਲੀ ਦੀ ਜਿਹੜੀ ਖੁਸ਼ਹਾਲੀ ਹੈ ਉਹ ਬੁੱਕਸ ਦੇ ਕਰਕੇ ਸੀ। ਇੰਨੀ ਜ਼ਿਆਦਾ ਰਿਸਪੈਕਟ ਜਿਹੜਾ ਰਾਈਟਰ ਆ ਬੁੱਕਸ ਨੂੰ ਦੇ ਰਿਹਾ ਹੈ। They were all alike, ਉਹ ਸਾਰੇ ਇੱਕੋ ਵਰਗੀਆਂ ਸੀਗੀਆਂ। And I was romping about in a tiny sanctuary। ਇੱਥੇ romping about ਇੱਕ ਫਰੇਜ਼ਲ ਵਰਬ ਹੈ ਬੇਟਾ, ਜਿਸ ਦਾ ਮਤਲਬ ਹੁੰਦਾ ਹੈ ਬਹੁਤ ਹੀ ਖੁਸ਼ ਹੋਣਾ। ਜਿਵੇਂ ਬੱਚਾ ਹੁੰਦਾ ਬੇਟਾ, ਜਿਵੇਂ ਤੁਸੀਂ ਵੀ ਬੱਚੇ, ਹੁਣ ਵੀ ਤੁਸੀਂ ਬੱਚੇ ਹੀ ਹੋ, ਲੇਕਿਨ ਜਦੋਂ ਤੁਸੀਂ ਹੋਰ ਬੱਚੇ ਛੋਟੇ ਹੁੰਦੇ ਸੀ ਤਾਂ ਉਸ ਟਾਈਮ ਤੁਸੀਂ ਕੁਦਾੜੀਆਂ ਮਾਰਦੇ ਫਿਰਦੇ ਸੀ। ਤਾਂ ਐਵੇਂ ਉਹ ਵੀ romping about ਕਰਦਾ ਫਿਰਦਾ, ਛਾਲਾ ਮਾਰਦਾ ਫਿਰਦਾ ਸੀਗਾ। ਕਿੱਥੇ? ਇਨ ਅ ਟਾਈਨੀ ਸੈਂਚੁਰੀ। ਹੁਣ ਟਾਈਨੀ ਸੈਂਚੁਰੀ ਦੇਖੋ ਸ਼ਬਦ ਆ ਗਿਆ, ਸਾਡਾ ਚੈਪਟਰ ਦਾ ਨਾਮ ਆ ਗਿਆ। ਟਾਈਨੀ ਸੈਂਚੁਰੀ ਦਾ ਮਤਲਬ ਹੈ ਕਿ ਉਹੀ ਛੋਟੀ ਜਿਹੀ ਜਿਹੜੀ ਧਾਰਮਿਕ ਸਥਾਨ ਹੈ। ਹੁਣ ਉਹ ਧਾਰਮਿਕ ਸਥਾਨ ਸਮਝ ਆ ਗਿਆ ਕਿਹਨੂੰ ਕਹਿ ਰਿਹਾ ਹੈ? ਉਹ ਇਸੇ ਸਟੱਡੀ ਰੂਮ ਨੂੰ ਕਹਿ ਰਿਹਾ ਹੈ ਟਾਈਨੀ ਸੈਂਚੁਰੀ। ਕਿ ਦੇਖੋ ਹਰ ਇੱਕ ਬੰਦੇ ਦੇ ਲਈ ਧਾਰਮਿਕ ਸਥਾਨ ਜਿਹੜਾ ਹੁੰਦਾ ਹੈ ਉਹ ਅਲੱਗ-ਅਲੱਗ ਹੁੰਦਾ ਹੈ। ਕੋਈ ਗੁਰਦੁਆਰਾ ਸਾਹਿਬ ਜਾਂਦਾ ਹੈ, ਕੋਈ ਮੰਦਿਰ ਜਾਂਦਾ ਹੈ, ਮਸਜਿਦ ਜਾਂਦਾ ਹੈ, ਚਰਚ ਜਾਂਦਾ ਹੈ। ਰਾਈਟਰ ਆਪਣੀ ਟਾਈਨੀ ਸੈਂਚੁਰੀ ਕਿਹਨੂੰ ਕਹਿ ਰਿਹਾ ਹੈ? ਸਟੱਡੀ ਰੂਮ ਨੂੰ ਕਹਿ ਰਿਹਾ, ਜਿੱਥੇ ਕਿ ਬੁੱਕਸ ਪਈਆਂ। ਕਹਿੰਦੇ ਮੈਂ ਇੱਥੇ ਕੁਦਾੜੀਆਂ ਮਾਰਦਾ ਫਿਰਦਾ ਸੀ। Surrounded by squat ancient monuments which had witnessed my birth, which would witness my death, and whose permanence guaranteed me a future as calm as my past। ਹੁਣ ਇਹ ਟਾਈਨੀ ਸੈਂਚੁਰੀ ਉਸ ਘਰ ਨੂੰ ਵੀ ਕਹਿ ਰਿਹਾ ਹੈ, ਠੀਕ ਹੈ। ਉਹ ਜਿਹੜਾ ਘਰ ਹੈ ਦੇਖੋ ਉਸਦੇ ਆਲੇ ਦੁਆਲੇ ਸਕੁਐਟ ਹੈ। ਤਾਂ ਸਕੁਐਟ ਦਾ ਮਤਲਬ ਹੁੰਦਾ ਬੇਟਾ ਜਿਵੇਂ ਕੋਈ ਖਾਲੀ ਜੀ ਬਿਲਡਿੰਗ ਹੋਵੇ ਨਾ, ਜਿਸ ਦੇ ਵਿੱਚ ਕੋਈ ਰਹਿੰਦਾ ਨਾ ਹੋਵੇ, ਹਾਲਾਂਕਿ ਕੋਈ ਉਹ ਵੀ ਨਾ ਹੋਵੇ, ਖੰਡਰ ਵੀ ਨਾ ਹੋਵੇ, ਤਾਂ ਉਹਨੂੰ ਆਪਾਂ ਸਕੁਐਟ ਕਹਿੰਦੇ ਹਾਂ। ਏਂਸ਼ੀਐਂਟ ਮੋਨੂਮੈਂਟਸ, ਮੋਨੂਮੈਂਟਸ ਦਾ ਮਤਲਬ ਇੱਥੇ ਸਮਾਰਕ, ਪੰਜਾਬੀ ਚ ਇਹਨੂੰ ਆਪਾਂ ਕਹਿੰਦੇ ਹਾਂ
एंशियंट ਦਾ ਮਤਲਬ ਪੁਰਾਤਨ, ਪੁਰਾਣੇ, ਤਾਂ ਪੁਰਾਣੇ ਸਮਾਰਕ ਵੀ ਸੀ ਆਲੇ ਦੁਆਲੇ ਉਹਨਾਂ ਦੇ ਘਰ ਦੇ ਆਲੇ ਦੁਆਲੇ, ਅਤੇ ਉਹ ਗਵਾਹੀ ਦਿੰਦੇ ਸੀ। ਵਿਟਨੈਸ ਦਾ ਮਤਲਬ ਹੁੰਦਾ ਬੇਟਾ ਗਵਾਹੀ ਦੇਣਾ। ਇਹ ਸਾਰੀਆਂ ਚੀਜ਼ਾਂ ਜਿਸ ਘਰ ਚੋਂ ਰਹਿ ਰਹੇ ਹੈ, ਉਸ ਘਰ ਦੇ ਆਲੇ ਦੁਆਲੇ ਜਿਹੜੇ ਸਕੁਐਟ ਹੈ ਜਾਂ ਐਂਸ਼ੀਅੰਟ ਮੋਨੂਮੈਂਟਸ ਹੈ, ਉਹ ਗਵਾਹੀ ਦਿੰਦੀਆਂ ਸੀ ਕਿਹਦੀਆਂ? ਮੇਰੇ ਬਰਥ ਦੀਆਂ, ਕਿਉਂਕਿ ਮੇਰਾ ਜਨਮ ਉੱਥੇ ਹੋਇਆ, ਮੇਰਾ ਜਨਮ ਉੱਥੇ ਬੀਤ ਰਿਹਾ ਹੈ। ਅਤੇ ਉਹ ਗਵਾਹੀ ਦੇਣਗੀਆਂ ਮੇਰੀਆਂ ਡੈਥ ਦੀਆਂ ਵੀ। ਉਹੀ ਕਹਿ ਰਹੇ ਹੈ ਨਾ ਸ਼ੁਰੂ ਚ ਕਿ ਮੈਂ ਬੁੱਕਸ ਦੇ ਵਿੱਚ ਹੀ ਪੈਦਾ ਹੋਇਆ, ਬੁੱਕਸ ਦੇ ਵਿੱਚ ਹੀ ਮਰੂੰਗਾ। ਤਾਂ ਹੁਣ ਫਿਰ ਉਹ ਇਹੀ ਗੱਲ ਕਹਿ ਰਹੇ ਕਿ ਇਹ ਗਵਾਹੀ ਮੇਰੇ ਮੌਤ ਦੀ ਵੀ ਦੇਣਗੀਆਂ ਇਹ ਸਾਰੀਆਂ ਬਿਲਡਿੰਗਾਂ। ਅਤੇ whose permanence guaranteed me, ਅਤੇ ਇਹਨਾਂ ਦੀ ਜਿਹੜੀ ਪਰਮਾਨੈਂਸ ਹੈ, ਕਿਉਂਕਿ ਇਹ ਪਰਮਾਨੈਂਟ ਨੇ ਚੀਜ਼ਾਂ, ਬੁੱਕਸ ਤਾਂ ਕਦੇ ਵੀ ਖਤਮ ਨਹੀਂ ਹੁੰਦੀਆਂ। ਕਹਿੰਦੇ ਇਹ ਗਰੰਟੀ ਕਰਨਗੀਆਂ ਮੇਰੇ ਫਿਊਚਰ ਨੂੰ ਕਿ ਮੇਰਾ ਫਿਊਚਰ ਵੀ ਮੇਰੇ ਪਾਸਟ ਵਰਗਾ ਕਾਮ ਹੋਊਗਾ, ਸ਼ਾਂਤ ਹੋਊਗਾ। ਕਿ ਜਿਵੇਂ ਮੇਰਾ ਹੁਣ ਤੱਕ ਮੇਰਾ ਜਿਹੜਾ ਲਾਈਫ ਚੱਲ ਰਹੀ ਹੈ, ਬੁੱਕਸ ਦੇ ਵਿੱਚ ਚੱਲ ਰਹੀ ਹੈ, ਮੈਂ ਬੜਾ ਸ਼ਾਂਤ ਹੋ ਕੇ ਬੁੱਕਸ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਾਂ, ਤਾਂ ਮੈਨੂੰ ਐ ਲੱਗਦਾ ਹੈ ਕਿ ਮੇਰਾ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਵੀ ਇਸੇ ਤਰ੍ਹਾਂ ਸ਼ਾਂਤ ਰਹੂਗਾ। ਮੈਂ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦਾ ਨਿਰਵਾਹ ਕਰੂੰਗਾ। I used to touch them in secret to honor my hands with their dust। ਦੇਖੋ ਕਿੱਡੀ ਵਧੀਆ ਗੱਲ ਕਹਿ ਰਹੇ ਹੈ। ਕਹਿੰਦੇ ਮੈਂ ਕੀ ਕਰਦਾ ਸੀ, ਹੁਣ ਦੇਖੋ ਪੜ੍ਹਨਾ ਲਿਖਣਾ ਤਾਂ ਜਾਣਦਾ ਨਹੀਂ ਸੀ ਉਸ ਸਮੇਂ, ਉਹ ਬੱਚਾ ਸੀਗਾ। ਤਾਂ ਕਹਿੰਦੇ ਮੈਂ ਉਹਨਾਂ ਨੂੰ ਨਾ ਇਨ ਸੀਕ੍ਰੇਟ, ਮਤਲਬ ਚੁਪਕੇ ਚੁਪਕੇ, ਇਨ ਸੀਕ੍ਰੇਟ ਦਾ ਮਤਲਬ ਚੋਰੀ ਚੋਰੀ, ਤਾਂ ਚੋਰੀ ਚੋਰੀ ਮੈਂ ਉਹਨਾਂ ਨੂੰ ਟੱਚ ਕਰਦਾ ਸੀਗਾ। ਕਿਹਨਾਂ ਨੂੰ? ਇੱਥੇ ਦੈਮ ਕਿਹਨੂੰ ਕਿਹਾ ਗਿਆ? ਫਿਰ ਬੁੱਕਸ ਨੂੰ ਕਿਹਾ ਗਿਆ। ਅਤੇ ਮੈਂ ਓਨਰ ਮਾਈ ਹੈਂਡਸ, ਅਤੇ ਮੈਨੂੰ ਨਾ ਇੱਕ ਤਰ੍ਹਾਂ ਦਾ ਓਨਰ ਲੱਗਦਾ ਸੀ, ਮੈਨੂੰ ਮਤਲਬ ਕਿ ਮਾਣ ਮਿਲਦਾ ਸੀ। ਇੱਥੇ ਓਨਰ ਦਾ ਮਤਲਬ ਇਹ ਹੈ ਕਿ ਮੈਨੂੰ ਮਾਣ ਜਾਂ ਮਿਲਦਾ ਸੀ ਜਦੋਂ ਮੈਂ ਉਹਨਾਂ ਦੀ ਡਸਟ, ਬੁੱਕਸ ਦੀ ਡਸਟ ਮੇਰੇ ਹੱਥਾਂ ਤੇ ਲੱਗਦੀ ਸੀ। ਨੈਚੁਰਲੀ ਜਦੋਂ ਹੁਣ ਉਹ ਬੁੱਕਸ ਨੂੰ ਟੱਚ ਕਰੂਗਾ ਤਾਂ ਡਸਟਿੰਗ ਤਾਂ ਹੁੰਦੀ ਨਹੀਂ, ਸਾਲ 'ਚ ਇੱਕ ਵਾਰੀ ਹੁੰਦੀ ਹੈ, ਤਾਂ ਡਸਟ ਤਾਂ ਨੈਚੁਰਲੀ ਉਹਦੇ ਉੱਪਰ ਮਿੱਟੀ ਤਾਂ ਪਈ ਹੋਣੀ, ਤਾਂ ਜਦੋਂ ਵੀ ਬੁੱਕ ਨੂੰ ਟੱਚ ਕਰਦਾ ਉਹਦੇ ਹੱਥਾਂ ਤੇ ਮਿੱਟੀ ਲੱਗ ਜਾਂਦੀ, ਤਾਂ ਉਹਨੂੰ ਓਨਰ ਲੱਗਦਾ ਕਿ ਆਹ ਦੇਖੋ ਇਹ ਮੇਰੇ ਜਿਹੜੀ ਹੱਥਾਂ ਤੇ ਮਿੱਟੀ ਲੱਗੀ ਬੁੱਕਸ ਦੀ, ਤਾਂ ਦੇਖੋ ਉਹ ਬੁੱਕਸ ਨੂੰ ਕਿੰਨਾ ਜ਼ਿਆਦਾ ਰਿਸਪੈਕਟ ਦੇ ਰਿਹਾ ਹੈ। ਬਟ ਆਈ ਡਿਡ ਨੋਟ ਹੈਵ ਮਚ ਆਈਡੀਆ ਵਟ ਟੂ ਡੂ ਵਿਦ ਦੈਮ। ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਉਹਨਾਂ ਦੇ ਨਾਲ ਕਰਾਂ ਕੀ। ਹੈਵ ਮਚ ਆਈਡੀਆ, ਮੈਨੂੰ ਕੋਈ ਸੁਝਦੀ ਨਹੀਂ ਸੀ ਕਿ ਮੈਂ ਕਰਾਂ ਕੀ, ਕਿਉਂਕਿ ਪੜ੍ਹਨਾ ਲਿਖਣਾ ਜਾਣਦਾ ਨਹੀਂ ਸੀ ਉਦੋਂ। ਐਂਡ ਈਚ ਡੇ ਆਈ ਵਾਸ ਪ੍ਰੈਜ਼ੈਂਟਡ ਸੈਰੇਮਨੀਜ਼ whose meaning escaped me। ਅਤੇ ਰੋਜ਼ ਇਹ ਮੇਰੇ ਨਾਲ ਹੁੰਦਾ ਸੀ, ਇਹ ਰੋਜ਼ ਦਾ ਹੀ ਕੰਮ ਬਣ ਗਿਆ ਸੀਗਾ। ਸੈਰੇਮਨੀ ਦਾ ਮਤਲਬ ਹੁੰਦਾ ਵੈਸੇ ਤਾਂ ਕੋਈ ਸਮਾਗਮ ਹੁੰਦਾ, ਲੇਕਿਨ ਇੱਥੇ ਉਹ ਗੱਲ ਕਰ ਰਹੇ ਹੈ ਕਿ ਰੋਜ਼ ਮੈਂ ਵੀ ਉਹਨਾਂ ਨੂੰ ਟੱਚ ਕਰਦਾ, ਦੇਖਦਾ, ਪਰ ਉਹਨਾਂ ਦੇ ਜਿਹੜੇ ਮਤਲਬ ਸੀਗੇ ਮੈਨੂੰ ਸਮਝ ਨਹੀਂ ਸੀ ਆਉਂਦੇ। whose meaning, ਇੱਥੇ whose meaning ਦਾ ਮਤਲਬ ਕਿਤਾਬਾਂ ਦੇ meaning। escaped me ਦਾ ਮਤਲਬ ਇੱਥੇ ਕਿ ਮੈਨੂੰ ਸਮਝ ਨਹੀਂ ਸੀ ਆਉਂਦੇ, ਮੇਰੇ ਉੱਪਰੋਂ ਦੀ ਲੰਘ ਜਾਂਦੇ ਸੀਗੇ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ, ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਹੁਣ ਨਾ ਅਗਲੇ ਜਿਹੜੀਆਂ ਲਾਈਨਸ ਹੈ ਉਹਦੇ ਚੋਂ ਥੋੜੇ ਜਿਹੇ ਆਪਣੇ ਗ੍ਰੈਂਡਫਾਦਰ ਬਾਰੇ ਗੱਲਾਂ ਦੱਸਦਾ। ਕਹਿੰਦੇ ਮਾਈ ਗ੍ਰੈਂਡਫਾਦਰ so clumsy normally that my grandmother buttoned his gloves for him। ਤਾਂ ਆਪਣੇ ਗ੍ਰੈਂਡਫਾਦਰ ਬਾਰੇ ਨਾ ਦੋ ਸ਼ਬਦ ਕਹਿੰਦਾ ਹੈ ਆਪਣੇ ਦਾਦਾ ਜੀ ਬਾਰੇ। ਕਹਿੰਦੇ ਉਹ ਬੜਾ ਹੀ ਕਲਮਜ਼ੀ ਸੀ, ਨਾਰਮਲੀ ਸੀ। ਨਾ ਕਲਮਜ਼ੀ ਤੇ ਨਾਰਮਲੀ ਥੋੜੇ ਜਿਹੇ ਨਾ ਅਲੱਗ-ਅਲੱਗ ਤਰ੍ਹਾਂ ਦੇ ਸ਼ਬਦ ਹੈ। ਕਲਮਜ਼ੀ ਦਾ ਮਤਲਬ ਹੁੰਦਾ ਬੇਟਾ ਬੇਢੰਗਾ। ਜਦੋਂ ਕੋਈ ਬੰਦਾ ਬੇਢੰਗਾ ਜਿਹਾ ਹੋਵੇ ਨਾ, ਢੰਗ ਨਾਲ ਕੋਈ ਕੰਮ ਨਾ ਕਰੇ, ਉਹਨੂੰ ਆਪਾਂ ਕਹਿੰਦੇ ਆ ਕਲਮਜ਼ੀ। ਤੇ ਨਾਰਮਲੀ ਦਾ ਮਤਲਬ ਕਿ ਉਹ ਨਾਰਮਲ ਸੀਗਾ, ਮਤਲਬ ਉਹਦੇ ਚ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਆਮ ਇਨਸਾਨ ਸੀ, ਮਤਲਬ ਉਹਦੇ ਸਾਰੇ ਅੰਗ ਵਗੈਰਾ ਠੀਕ ਕੰਮ ਕਰਦੇ ਸੀ, ਉਹਨੂੰ ਨਾਰਮਲ ਸੀ, ਉਹ ਕੋਈ ਏਦਾਂ ਦਾ ਬੰਦਾ ਨਹੀਂ ਸੀ, ਲੇਕਿਨ ਉਹ ਹੈ ਸੀ ਬੇਢੰਗਾ। ਇੱਥੇ ਕਲਮਜ਼ੀ ਤੇ ਨਾਰਮਲੀ ਦਾ ਮਤਲਬ ਇਹ ਹੈ, ਆਪਣੇ ਗ੍ਰੈਂਡਫਾਦਰ ਨੂੰ ਇਹ ਦੋ ਵਰਡਸ ਦੇ ਨਾਲ ਦੱਸ ਰਿਹਾ ਹੈ। ਕਹਿੰਦੇ
ਉਹ ਇਦਾਂ ਦਾ ਸੀ ਕਿ ਜਿਹੜੀ ਮੇਰੀ ਦਾਦੀ ਮਾਂ ਸੀ, ਗ੍ਰੈਂਡਮਦਰ ਦਾ ਨਾਮ, ਗ੍ਰੈਂਡਮਦਰ ਆ ਗਈ ਇੱਥੇ, ਕਹਿੰਦੇ ਮੇਰੀ ਦਾਦੀ ਮਾਂ ਸੀ, ਉਹਦੇ ਗਲਵਜ਼ ਨੂੰ ਬਟਨ ਕਰਦੀ ਸੀ, ਮਤਲਬ ਜਿਹੜੇ ਦਸਤਾਨੇ ਪਾਉਂਦਾ ਸੀਗਾ ਉਹਦੇ ਬਟਨ ਮੇਰੀ ਦਾਦੀ ਮਾਂ ਲਾਉਂਦੀ ਸੀ ਫॉर ਹਿਮ, ਉਹ ਤੋਂ ਆਪ ਨਹੀਂ ਸੀ ਲੱਗਦੇ, ਤਾਂ ਕਰਕੇ ਉਹਨੂੰ ਕਹਿ ਰਹੇ ਹੈ ਕਲਮਜ਼ੀ ਨਾਰਮਲੀ। ਬਟ ਉਹਦੀ ਇੱਕ ਖਾਸੀਅਤ ਵੀ ਦੱਸ ਰਿਹਾ ਉਹ ਰਾਈਟਰ, handle these cultural objects with the dexterity of an officiating priest। ਹੁਣ ਇੱਥੇ ਉਹ ਕਹਿ ਰਿਹਾ ਹੈ ਕਿ ਉਹ ਇਹ ਜਿਹੜੀਆਂ ਕਲਚਰਲ ਆਬਜੈਕਟਸ ਸੀ ਨਾ, ਉਹ ਇੱਥੇ ਕਲਚਰਲ ਆਬਜੈਕਟਸ ਆ ਬੇਟਾ, ਇਹ ਤੁਹਾਡਾ ਇੱਕ ਕੁਐਸਚਨ ਵੀ ਬੜਾ ਇੰਪੋਰਟੈਂਟ ਬਣਦਾ ਹੈ, ਸ਼ਾਰਟ ਆਨਸਰ ਟਾਈਪ ਦੇ ਵਿੱਚ ਆਊਗਾ ਕਿ ਉਹ ਉਸਦੇ ਦਾਦਾ ਜੀ ਕਿਸ ਚੀਜ਼ ਨੂੰ ਕਲਚਰਲ ਆਬਜੈਕਟ ਕਹਿੰਦੇ ਸੀ ਨਾ। ਉਹ ਕਲਚਰਲ ਆਬਜੈਕਟ ਉਹ ਕਹਿ ਰਿਹਾ ਬੇਟਾ ਬੁੱਕਸ ਨੂੰ, ਇੱਥੇ ਧਿਆਨ ਰੱਖਿਓ ਕਿ ਇਹ ਜਿਹੜਾ ਉਹਦਾ ਦਾਦਾ ਜੀ ਸੀ, ਇਹ ਬੁੱਕਸ ਨੂੰ ਉਹ ਇੰਨਾ ਵਧੀਆ ਹੈਂਡਲ ਕਰਦਾ ਸੀ, ਕਿਵੇਂ, ਜਿਵੇਂ ਇੱਕ ਆਫੀਸ਼ੀਏਟਿੰਗ ਪ੍ਰੀਸਟ ਹੁੰਦਾ, ਪ੍ਰੀਸਟ ਦਾ ਮਤਲਬ ਪਾਦਰੀ ਜਿਹੜਾ ਚਰਚ 'ਚ ਹੁੰਦਾ, ਉਸਦੀ ਡੈਕਸਟਰਿਟੀ ਨਾਲ ਨਾ, ਡੈਕਸਟਰਿਟੀ ਦਾ ਮਤਲਬ ਹੁੰਦਾ ਬੇਟਾ ਸਕਿੱਲ, ਜਾਂ ਆਪਾਂ ਇਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਕੁਸ਼ਲਤਾ। ਕਹਿੰਦੇ ਜਿਵੇਂ ਇੱਕ ਪ੍ਰੀਸਟ, ਆਫੀਸ਼ੀਏਟਿੰਗ ਪ੍ਰੀਸਟ, ਦੇਖੋ ਜੇ ਤਾਂ ਇੱਥੇ ਇੱਕ ਧਿਆਨ ਦੇਈਓ ਕਿ ਇੱਥੇ ਉਸਨੇ ਆਫੀਸ਼ੀਏਟਿੰਗ ਪ੍ਰੀਸਟ ਕਿਹਾ, ਪ੍ਰੀਸਟ ਨਹੀਂ ਕਿਹਾ, ਕੱਲਾ ਪ੍ਰੀਸਟ ਨਹੀਂ ਕਿਹਾ। ਪ੍ਰੀਸਟ ਜੇ ਕਿਹਾ ਹੁੰਦਾ ਉਹਦਾ ਮਤਲਬ ਹੁੰਦਾ ਪਾਦਰੀ, ਲੇਕਿਨ ਇੱਥੇ ਆਫੀਸ਼ੀਏਟਿੰਗ ਪ੍ਰੀਸਟ ਦਾ ਮਤਲਬ ਹੈ ਵੀ ਪਾਦਰੀ ਵਰਗਾ ਕੰਮ ਕਰਦਾ ਸੀਗਾ। ਆਫੀਸ਼ੀਏਟ ਦਾ ਮਤਲਬ ਹੁੰਦਾ ਹੈ ਕਿਸੇ ਆਫਿਸ ਦਾ ਜਿਹੜਾ ਬੰਦਾ ਇੰਚਾਰਜ ਹੋਵੇ, ਉਹਨੂੰ ਆਪਾਂ ਆਫੀਸ਼ੀਏਟਿੰਗ ਕਹਿੰਦੇ ਹਾਂ। ਇੱਥੇ ਪੂਰੀ ਲਾਈਨ ਦਾ ਮਤਲਬ ਬੇਟਾ ਇਹ ਹੋ ਗਿਆ ਕਿ ਉਹ ਆਪਣੀਆਂ ਬੁੱਕਸ ਨੂੰ ਬਹੁਤ ਹੀ ਵਧੀਆ ਰੱਖਦਾ ਸੀਗਾ, ਬਹੁਤ ਹੀ ਉਹਨਾਂ ਨੂੰ ਟਿਕਾਣੇ ਲਾ ਕੇ ਰੱਖਦਾ ਸੀ, ਸੀਰੀਅਲ ਵਾਈਜ਼ ਲਾ ਕੇ ਰੱਖਦਾ ਸੀ, ਤਾਂ ਹੀ ਤਾਂ ਦੇਖੋ ਉਹ ਹੱਥ ਨਹੀਂ ਸੀ ਲਾਣ ਦਿੰਦਾ, ਉਹ ਪੂਰੇ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਡਸਟਿੰਗ ਕਰਨ ਦੇ ਲਈ ਉਹ ਅਲਾਉ ਕਰਦਾ ਸੀ। ਤਾਂ ਐ ਲੱਗਦਾ ਸੀਗਾ ਕਿ ਜਿਵੇਂ ਕੋਈ ਆਫੀਸ਼ੀਏਟਿੰਗ ਪ੍ਰੀਸਟ ਬਹੁਤ ਹੀ ਵਧੀਆ ਤਰੀਕੇ ਨਾਲ, ਨਿਪੁੰਨਤਾ ਦੇ ਨਾਲ, ਕੁਸ਼ਲਤਾ ਦੇ ਨਾਲ ਇਹਨਾਂ ਨੂੰ ਸਾਂਭਦਾ ਹੈ। ਹੁਣ ਇੱਥੇ ਉਹਨੇ ਬੁੱਕਸ ਨੂੰ ਕਲਚਰਲ ਆਬਜੈਕਟ ਕਿਉਂ ਕਿਹਾ? ਕਲਚਰਲ ਆਬਜੈਕਟ ਬਿਲਕੁਲ ਸਹੀ ਕਿਹਾ ਬੇਟਾ, ਕਿਉਂਕਿ ਬੁੱਕਸ ਦੇ ਵਿੱਚ ਕੀ ਹੁੰਦਾ ਹੈ, ਕਲਚਰ ਦਾ ਮਤਲਬ ਕੀ ਹੁੰਦਾ, ਸੱਭਿਆਚਾਰ। ਸਾਡਾ ਸੱਭਿਆਚਾਰ ਕਿਵੇਂ ਸਾਂਭਿਆ ਜਾਂਦਾ ਹੈ? ਸਾਡਾ ਸੱਭਿਆਚਾਰ ਬੁੱਕਸ ਦੇ ਵਿੱਚ ਸਾਂਭਿਆ ਜਾਂਦਾ ਹੈ। ਜੇ ਅਸੀਂ ਦੇਖੀਏ ਤਾਂ ਸਾਡਾ ਸੱਭਿਆਚਾਰ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਿਵੇਂ ਟ੍ਰਾਂਸਫਰ ਹੁੰਦਾ ਹੈ? ਉਹ ਬੁੱਕਸ ਦੇ ਜ਼ਰੀਏ ਟ੍ਰਾਂਸਫਰ ਹੁੰਦਾ ਹੈ। ਅੱਜ ਤੋਂ 50-100 ਸਾਲ ਪਹਿਲਾਂ ਜੋ ਪੰਜਾਬੀ ਦੇ ਵਿੱਚ ਬੁੱਕਸ ਲਿਖੀਆਂ ਗਈਆਂ, ਪੰਜਾਬ ਦਾ ਸੱਭਿਆਚਾਰ ਲਿਖਿਆ ਗਿਆ, ਜੋ ਵੀ ਅਸੀਂ ਸੁਣਦੇ ਹਾਂ, ਉਹ ਬੁੱਕਸ ਦੇ ਥਰੂ ਸਾਡਾ ਟ੍ਰਾਂਸਫਰ ਹੁੰਦਾ ਹੈ। ਇਸੇ ਕਰਕੇ ਇੱਥੇ ਰਾਈਟਰ ਨੇ ਕਲਚਰਲ ਆਬਜੈਕਟ ਪਾਇਆ। ਤਾਂ ਇਹ ਕੁਐਸਚਨ ਬਣਦਾ, ਆਪਾਂ ਇਹ ਕਰਾਂਗੇ ਵੀ। 100 of times I saw him get up absent-mindedly, walked round the table, cross the room in 2 strides, unhesitatingly pick out a volume without allowing himself time for choice। ਪਹਿਲਾਂ ਇਹਨੇ ਕਰ ਲੈਣੇ ਆ। ਕਹਿੰਦੇ ਮੈਨੇ ਕਈ ਵਾਰੀ, ਇੱਥੇ ਹੰਡਰਡਸ ਆਫ ਟਾਈਮ ਦਾ ਮਤਲਬ ਹੈ ਕਿ ਕਈ ਵਾਰੀ ਮੈਂ ਉਸਨੂੰ ਦੇਖਦਾ ਸੀ ਕਿ ਉਹ ਐਬਸੈਂਟ ਮਾਈਂਡਡਲੀ ਉੱਠਦਾ ਸੀ ਨਾ। ਐਬਸੈਂਟ ਮਾਈਂਡਡਲੀ ਦਾ ਮਤਲਬ ਹੁੰਦਾ ਬੇਟਾ ਕਿ ਜਦੋਂ ਆਪਾਂ ਬੈਠੇ ਕਿਤੇ ਹੋ ਰਹੇ ਨੇ, ਧਿਆਨ ਕਿਤੇ ਹੋਰ ਹੁੰਦਾ। ਹੁਣ ਸਪੋਜ਼ ਕਰੋ ਮੈਂ ਤੁਹਾਨੂੰ ਪੜ੍ਹਾ ਰਿਹਾ ਇਸ ਟਾਈਮ, ਹੁਣ ਤੁਹਾਡਾ ਧਿਆਨ ਤਾਂ ਕਿਤੇ ਹੋਰ ਹੈ, ਬਟ ਹਾਂ ਤੁਸੀਂ ਮੈਨੂੰ ਸੁਣੀ ਜਾ ਰਹੇ ਹੋ, ਠੀਕ ਹੈ ਸਰ ਪੜ੍ਹਾ ਰਹੇ ਨੇ, ਓਕੇ ਜੀ, ਲੇਕਿਨ ਤੁਹਾਡਾ ਧਿਆਨ ਹੋਰ ਪਾਸੇ ਹੈ, ਗਾਣਿਆਂ ਵੱਲ ਹੈ, ਤਾਂ ਉਹਨੂੰ ਆਪਾਂ ਐਬਸੈਂਟ ਮਾਈਂਡਡ ਕਹਿੰਦੇ ਹਾਂ। ਤਾਂ ਮੈਂ ਉਸਨੂੰ ਕਈ ਵਾਰੀ ਐਬਸੈਂਟ ਮਾਈਂਡਡ ਹੋਇਆ ਦੇਖਦਾ ਸੀ, ਉਹ ਉੱਠਦਾ ਇੱਕਦਮ ਤੇ ਫਿਰ ਵਾਕ ਅਰਾਊਂਡ ਦਾ ਟੇਬਲ, ਉਹ ਟੇਬਲ ਤੋਂ ਵਾਕ ਕਰਕੇ ਆਂਦਾ, ਕ੍ਰੋਸ ਦਾ ਰੂਮ, ਪੂਰੇ ਰੂਮ ਦੇ ਵਿੱਚੋਂ, ਇਨ 2 ਸਟਰਾਈਡਸ, 2 ਕਦਮਾਂ ਦੇ ਵਿੱਚ। ਇੱਥੇ ਸਟਰਾਈਡਸ ਦਾ ਮਤਲਬ ਹੁੰਦਾ ਬੇਟਾ ਲੌਂਗ ਸਟੈਪਸ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਵੱਡੇ ਵੱਡੇ ਕਦਮ, ਉਹਨੂੰ ਆਪਾਂ ਸਟਰਾਈਡ ਕਹਿੰਦੇ ਹਾਂ। ਤਾਂ ਵੱਡੇ ਵੱਡੇ ਕਦਮਾਂ ਦੇ ਨਾਲ ਉਹ ਰੂਮ ਦੇ ਵਿੱਚੋਂ ਦੀ ਹੋ ਕੇ ਆਂਦਾ। ਅਨਹੈਜ਼ੀਟੇਟਿੰਗ ਦਾ ਮਤਲਬ ਹੁੰਦਾ ਹੈ ਬਿਨਾਂ ਹਿਚਕਿਚਾਣ ਨੂੰ ਕਹਿੰਦੇ ਆ ਆਪਾਂ। ਜਦੋਂ ਆਪਾਂ ਹੈਜ਼ੀਟੇਟ ਦਾ ਮਤਲਬ ਹੁੰਦਾ ਹਿਚਕਿਚਾਉਣਾ, ਪਹਿਲਾਂ ਸ਼ਬਦ ਆਇਆ ਇਹ, ਲੇਕਿਨ ਇੱਥੇ ਅਨ ਲੱਗਿਆ ਹੋਇਆ, ਤਾਂ ਬਿਨਾਂ ਹਿਚਕਿਚਾਏ ਉਹ ਕੀ ਕਰਦਾ ਜੀ, ਪਿਕ ਆਊਟ ਅ ਵੋਲਿਊਮ, ਇੱਕ ਬੁੱਕ ਉਠਾਉਂਦਾ। ਇੱਥੇ ਵੋਲਿਊਮ ਦਾ ਮਤਲਬ ਵੀ ਬੇਟਾ ਬੁੱਕ ਹੈ, ਵੋਲਿਊਮ ਵੀ ਬੁੱਕ ਨੂੰ ਹੀ ਕਿਹਾ ਗਿਆ। ਤਾਂ ਕੋਈ ਬੁੱਕ ਉਠਾਉਂਦਾ ਵਿਦਾਊਟ ਅਲਾਉਇੰਗ ਹਿਮਸੈਲਫ ਟਾਈਮ ਫॉर ਚੋਇਸ, ਬਿਨਾਂ ਸੋਚੇ ਸਮਝੇ, ਮਤਲਬ ਇੱਕਦਮ ਉਠਾ ਲੈਂਦਾ। ਇੱਥੇ ਪੂਰੀ ਲਾਈਨ ਦੇਖੋ, ਵਿਦਾਊਟ ਅਲਾਉਇੰਗ ਹਿਮਸੈਲਫ ਟਾਈਮ ਫॉर ਚੋਇਸ, ਕਿ ਬਿਨਾਂ ਕੋਈ ਸਮਾਂ ਖਰਾਬ ਕਰੇ, ਇਮੀਡੀਏਟਲੀ ਆਪਾਂ ਇੰਗਲਿਸ਼ ਚ ਇਹਨੂੰ ਕਹਿ ਸਕਦੇ ਹਾਂ, ਪੰਜਾਬੀ ਚ ਆਪਾਂ ਇਹਨੂੰ ਇੱਕਦਮ ਕਹਿ ਸਕਦੇ ਹਾਂ ਕਿ ਇੱਕਦਮ ਉਹ ਬੁੱਕ ਚੱਕ ਲੈਂਦਾ। ਗੋ ਥਰੂ ਇਟ ਐਜ਼ ਹੀ ਵੈਂਟ ਬੈਕ ਟੂ ਹਿਜ਼ ਆਰਮ ਚੇਅਰ, ਅਤੇ ਵਾਪਸ ਆਪਣੀ ਚੇਅਰ ਵੱਲ ਜਾਂਦਾ ਜਿੱਦ ਤੋਂ ਆਇਆ ਸੀਗਾ। ਗੋ ਥਰੂ ਇਟ, ਇਹਨੂੰ ਪੜ੍ਹਦਾ ਹੋਇਆ ਜਾਂਦਾ। ਵਿਦ ਅ ਕੰਬਾਈਨਡ ਮੂਵਮੈਂਟ ਆਫ ਹਿਜ਼ ਥੰਬ ਐਂਡ ਰਾਈਟ ਫੋਰਫਿੰਗਰ, ਅਤੇ ਫਿਰ ਕੀ ਕਰਦਾ, ਆਪਣੇ ਥੰਮ ਦੇ ਨਾਲ, ਅੰਗੂਠੇ ਦੇ ਨਾਲ, ਅਤੇ ਰਾਈਟ ਫੋਰਫਿੰਗਰ, ਅਤੇ ਸੱਜੀ ਪਹਿਲੀ ਉਂਗਲ ਹੁੰਦੀ ਹੈ ਜਿਹੜੀ ਫੋਰਫਿੰਗਰ, ਉਸ ਦੇ ਨਾਲ, ਉਹਨਾਂ ਦੀ ਕੰਬਾਈਨ ਮੂਵਮੈਂਟ ਦੇ ਨਾਲ ਕੀ ਕਰਦਾ, ਆਲਮੋਸਟ ਬਿਫੋਰ ਹੀ ਸੈਟ ਡਾਊਨ, ਬੈਠਣ ਤੋਂ ਪਹਿਲਾਂ, ਓਪਨ ਇਟ ਵਿਦ ਅ ਫਲਿਕ, ਉਸ ਬੁੱਕ ਨੂੰ ਓਪਨ ਕਰਦਾ। ਵਿਦ ਅ ਫਲਿਕ ਦਾ ਮਤਲਬ ਹੁੰਦਾ ਝਟਕੇ ਦੇ ਨਾਲ, ਕਿ ਝਟਕੇ ਦੇ ਨਾਲ ਉਹ ਉਸ ਬੁੱਕ ਨੂੰ ਓਪਨ ਕਰਦਾ। ਐਟ ਦਾ ਰਾਈਟ ਪੇਜ, ਬਿਲਕੁਲ ਰਾਈਟ ਪੇਜ ਜੋ ਚਾਹੁੰਦਾ ਸੀ, ਜਿਸ ਰਾਈਟ, ਜੋ
ਪੇਜ ਉਹ ਓਪਨ ਕਰਨਾ ਚਾਹੁੰਦਾ ਸੀ ਉਸੇ ਪੇਜ ਨੂੰ ਓਪਨ ਕਰਦਾ, ਮੇਕਿੰਗ ਇਟ ਕ੍ਰੀਕ ਲਾਈਕ ਅ ਸ਼ੂ, ਅਤੇ ਫਿਰ ਜਦੋਂ ਪੇਜ ਓਪਨ ਕਰਦਾ ਤਾਂ ਉਸ ਦੇ ਵਿੱਚੋਂ ਆਵਾਜ਼ ਇਦਾਂ ਦੀ ਆਉਂਦੀ ਜਿਵੇਂ ਕੋਈ ਸ਼ੂ ਜਾਂ ਜਿਵੇਂ ਕੋਈ ਜੁੱਤਾ ਜਿਹੜਾ ਚੀਕ ਮਾਰਦਾ ਹੁੰਦਾ ਜਦ ਆਪਾਂ ਉਹਨੂੰ ਇੱਕਦਮ ਪਾਉਂਦੇ ਆ ਜਾਂ ਪਾ ਕੇ ਚੱਲਦੇ ਆ, ਏਦਾਂ ਦੀ ਆਵਾਜ਼ ਉਹਦੇ ਚੋਂ ਨਿਕਲਦੀ। ਇੱਥੇ ਬੇਟਾ ਇੱਥੇ ਲਿਖਿਆ ਹੋਇਆ ਕਿ ਰਾਈਟ ਫੋਰ ਫਿੰਗਰ, ਤਾਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਫੋਰ ਫਿੰਗਰ ਹੁੰਦੀ ਕਿਹੜੀ ਹੈ। ਜਿਵੇਂ ਸਪੋਜ਼ ਕਰੋ ਸਾਡਾ ਹੈਂਡ ਹੋਵੇ ਇਦਾਂ ਦਾ, ਹੈ ਨਾ, ਮੇਰੇ ਤੋਂ ਮੇਰੀ ਡਰਾਇੰਗ ਥੋੜੀ ਜਿਹੀ ਇਹੋ ਜਿਹੀ ਹੈ, ਇੱਕ ਵਾਰੀ ਫੇਰ ਬਣਾਉਣਾ ਚਲੋ। ਤਾਂ ਆ ਦੇਖੋ ਆ ਸਾਡੀਆਂ ਫਿੰਗਰਸ ਹੈ, ਠੀਕ ਹੈ ਜੀ, ਆ ਸਾਡਾ ਹੈਂਡ ਹੋ ਗਿਆ, ਤਾਂ ਆ ਸਾਡਾ ਥੰਮ ਹੋ ਗਿਆ, ਇਹਨੂੰ ਆਪਾਂ ਥੰਮ ਕਹਿੰਦੇ ਆ। ਆ ਸਾਡੀ ਫੋਰ ਫਿੰਗਰ ਹੈ, ਇਹ ਸਾਡੀ ਫੋਰ ਫਿੰਗਰ ਹੈ, ਪਹਿਲੀ ਵਾਲੀ ਅੰਗੂਠੇ ਦੇ ਨਾਲ ਵਾਲੀ ਜਿਹੜੀ ਪਹਿਲੀ ਫਿੰਗਰ ਹੈ ਉਸਨੂੰ ਆਪਾਂ ਫੋਰ ਫਿੰਗਰ ਕਹਿੰਦੇ ਆ। ਇਹਨੂੰ ਆਪਾਂ ਇੰਡੈਕਸ ਫਿੰਗਰ ਵੀ ਕਹਿੰਦੇ ਆ ਕਈ ਵਾਰੀ, ਇੰਡੈਕਸ ਫਿੰਗਰ। ਤੁਹਾਨੂੰ ਬਾਕੀ ਵੀ ਦੱਸ ਦਿੰਦੇ, ਜਿਹੜੀ ਆਹ ਵਾਲੀ ਹੈ ਇਸ ਨੂੰ ਆਪਾਂ ਕਹਿੰਦੇ ਆ ਮਿਡਲ ਫਿੰਗਰ। ਦੇਖੋ ਮਿਡਲ ਚ ਹੈ ਇਹ, ਕਿਉਂਕਿ ਦੋ ਇੱਧਰ ਹੈ ਉਂਗਲਾਂ, ਦੋ ਉੱਧਰ ਹੈ, ਇੱਕ ਦੋ, ਤਾਂ ਇਸ ਕਰਕੇ ਮਿਡਲ ਹੋ ਗਈ। ਇਹ ਹੁੰਦੀ ਹੈ ਜੀ ਰਿੰਗ ਫਿੰਗਰ। ਰਿੰਗ ਫਿੰਗਰ ਜਦੋਂ ਅੰਗੇਜਮੈਂਟ ਹੁੰਦੀ ਹੈ ਤਾਂ ਜਿਹੜੀ ਰਿੰਗ ਹੁੰਦੀ ਹੈ ਇਸੇ ਉਂਗਲ ਦੇ ਵਿੱਚ ਪੈਂਦੀ ਹੈ, ਇਸ ਕਰਕੇ ਇਹਨੂੰ ਆਪਾਂ ਰਿੰਗ ਫਿੰਗਰ ਕਹਿੰਦੇ ਆ। ਤੇ ਜਿਹੜੀ ਛੋਟੀ ਜੀ ਹੁੰਦੀ ਹੈ ਚੀਚੀ, ਜਿਹਨੂੰ ਤੁਸੀਂ ਪੰਜਾਬੀ ਚ ਕਹਿੰਦੇ ਹੋ, ਇਹਨੂੰ ਕਈ ਵਾਰੀ ਪਿੰਕੀ ਵੀ ਕਹਿੰਦੇ ਆ ਤੇ ਇਸ ਨੂੰ ਲਿਟਲ ਫਿੰਗਰ ਵੀ ਕਹਿੰਦੇ ਆ। ਤਾਂ ਤੁਹਾਨੂੰ ਸਾਰੀਆਂ ਫਿੰਗਰ ਸਮਝਾਤੀਆਂ। ਤਾਂ ਐਵੇਂ ਹੈ ਜੀ, ਤਾਂ ਇਸ ਤਰੀਕੇ ਦੇ ਨਾਲ ਉਹ ਬੁੱਕ ਨੂੰ ਲੈ ਕੇ ਆਂਦਾ, ਬੁੱਕ ਨੂੰ ਖੋਲਦਾ, ਉਸ ਬੁੱਕ ਦੇ ਵਿੱਚੋਂ ਖੋਲਦੇ ਹੋਏ ਆਵਾਜ਼ ਨਿਕਲਦੀ। ਇਹ ਸਾਰੀ ਗੱਲ ਇਸ ਚੈਪਟਰ ਦੇ ਵਿੱਚ ਆ ਲਾਈਨਾਂ ਦੇ ਵਿੱਚ ਦੱਸੀ ਗਈ ਹੈ। ਤਾਂ ਜੇ ਤੁਸੀਂ ਬੇਟਾ ਪੂਰੀ ਚੈਪਟਰ ਪੜ੍ਹ ਰਹੇ ਹੋ ਜਿਵੇਂ, ਤਾਂ ਗੱਲਾਂ ਤਾਂ ਕੁਝ ਵੀ ਨਹੀਂ ਹੈਗੀਆਂ, ਜਸਟ ਉਸਦੇ ਗ੍ਰੈਂਡਫਾਦਰ ਬਾਰੇ ਦੱਸਿਆ ਹੋਇਆ ਕਿ ਕਿਵੇਂ ਬੁੱਕਸ ਨੂੰ ਉਹ ਪੜ੍ਹਦਾ ਸੀਗਾ ਜਾਂ ਕਿੱਦਾਂ ਦੀਆਂ ਬੁੱਕਸ ਉਹ ਰੱਖਦਾ ਸੀ। ਹਜੇ ਗ੍ਰੈਂਡ ਮਦਰ ਬਾਰੇ ਵੀ ਆਊਗਾ, ਵੀ ਦੀ ਦਾਦੀ ਮਾਂ ਕਿੱਦਾਂ ਦੀ ਸੀਗੀ, ਹਜੇ ਗ੍ਰੈਂਡਫਾਦਰ ਦੀਆਂ ਗੱਲਾਂ ਚੱਲ ਰਹੀਆਂ ਨੇ। I sometimes got close enough to observe these boxes which open like oysters. ਕਹਿੰਦੇ ਕਦੇ ਕਦੇ ਮੈਂ ਨੇੜੇ ਹੋ ਜਾਂਦਾ, get close enough, ਕਾਫੀ ਨੇੜੇ ਹੋ ਜਾਂਦਾ, ਜਿਸ ਟਾਈਮ ਉਹ ਬੁੱਕਸ ਖੋਲ ਰਿਹਾ ਹੁੰਦਾ ਸੀਗਾ ਉਦੋਂ ਮੈਂ ਉਹਦੇ ਕੋਲੇ ਹੋ ਜਾਂਦਾ ਅਤੇ ਓਬਜ਼ਰਵ ਕਰਦਾ, ਨਿਰੀਖਣ ਕਰਦਾ ਇਹਨਾਂ ਬਾਕਸਿਸ ਨੂੰ। ਇੱਥੇ ਦੇਖੋ ਇਹਨੇ ਬਾਕਸਿਸ ਫੇਰ ਵਰਤਿਆ, ਕਿਹਨੂੰ ਬਾਕਸਿਸ ਨੂੰ ਕਿਹਾ ਗਿਆ, ਫੇਰ ਬੁੱਕਸ ਨੂੰ ਕਿਹਾ ਗਿਆ, ਕਿ ਇਹਨਾਂ ਬੁੱਕਸ ਨੂੰ ਉਹ ਓਪਨ ਕਰਦਾ ਤਾਂ ਮੈਂ ਉਹਦੇ ਕਲੋਜ਼ ਹੋ ਕੇ ਦੇਖਦਾ। ਅਤੇ ਇਹ ਕਿਵੇਂ ਓਪਨ ਹੁੰਦੀਆਂ, ਲਾਈਕ ਓਇਸਟਰਸ। ਓਇਸਟਰਸ ਕੀ ਹੁੰਦਾ ਜੀ, ਓਇਸਟਰਸ ਹੁੰਦੀਆਂ ਜੀ ਸੀ ਸ਼ੈਲ ਹੁੰਦੇ ਨੇ ਜੀ, ਇਹ ਜਿਹਨੂੰ ਤੁਸੀਂ ਸੀਪ ਕਹਿ ਦਿੰਦੇ ਹੋ, ਸੀਪ ਮੋਤੀ ਹੁੰਦੀ ਹੈ ਨਾ, ਜਿਵੇਂ ਸਮੁੰਦਰਾਂ ਦੇ ਵਿੱਚ ਸੀਪ ਮਿਲਦੀ ਹੈ, ਉਹ ਜਦੋਂ ਖੋਲਦੇ ਉਹਦੇ ਚੋਂ ਮੋਤੀ ਨਿਕਲਦਾ, ਉਹਨੂੰ ਆਪਾਂ ਓਇਸਟਰਸ ਕਹਿੰਦੇ ਹਾਂ। ਤਾਂ ਇੱਥੇ ਦੇਖੋ ਓਇਸਟਰਸ ਵੀ ਕਿਹਾ ਜਾ ਰਿਹਾ ਹੈ ਬੁੱਕਸ ਨੂੰ। ਮੈਂ ਤੁਹਾਨੂੰ ਦੱਸਿਆ ਨਾ ਕਿ ਰਾਈਟਰ ਨੇ ਇਸ ਚੈਪਟਰ ਦੇ ਵਿੱਚ ਬੁੱਕਸ ਦੇ ਕਈ ਨਾਂ ਲਿਖੇ ਨੇ। ਦੇਖੋ ਉਸਨੇ ਕਲਚਰਲ ਆਬਜੈਕਟ ਕਿਹਾ, ਉਸਨੇ ਵੋਲਿਊਮ ਤਾਂ ਚਲੋ ਕਿਹਾ ਹੀ ਹੈ, ਉਸਨੇ ਉਸਨੂੰ ਬਾਕਸਿਸ ਵੀ ਕਿਹਾ, ਉਸਨੇ ਉਸਨੂੰ ਓਇਸਟਰਸ ਵੀ ਕਿਹਾ। ਅਤੇ ਫਿਰ ਮੈਂ ਜਦੋਂ ਕੋਲੇ ਹੋ ਕੇ ਦੇਖਦਾ, ਆਈ ਡਿਸਕਵਰਡ, ਤਾਂ ਮੈਨੂੰ ਪਤਾ ਲੱਗਦਾ ਦਾ ਨੇਕਿਡਨੈਸ ਆਫ देयर ਇੰਟਰਨਲ ਆਰਗਨਸ। ਤੇ ਫਿਰ ਮੈਨੂੰ ਬੁੱਕਸ ਦੇ ਅੰਦਰਲੇ ਆਰਗਨਸ ਪਤਾ ਚੱਲਦੇ। ਜਦੋਂ ਬੁੱਕ ਖੁੱਲਦੀ ਤਾਂ ਫਿਰ ਮੈਨੂੰ ਉਹਦੇ ਅੰਦਰਲੇ ਅੰਗ ਪਤਾ ਲੱਗਦੇ। ਤਾਂ ਆਰਗਨਸ ਦਾ ਮਤਲਬ ਇੱਥੇ ਕੀ ਹੈ, ਅੰਗ, ਜਿਵੇਂ ਬੋਡੀ ਦੇ ਅੰਗ ਹੁੰਦੇ ਨੇ, ਹਾਰਟ, ਲੀਵਰ, ਇਹ ਆਰਗਨਸ ਹੈ। ਅਤੇ ਉਹ ਕਿੱਦਾਂ ਦੇ ਦਿਖਦੇ ਮੈਨੂੰ, ਪੇਲ, ਪੀਲੇ ਪਏ ਹੋਏ, ਡਾਰਕ। ਇੱਥੇ ਵੈਸੇ ਨਾ ਡਾਰਕ ਨਹੀਂ ਸ਼ਬਦ ਹੋਣਾ ਚਾਹੀਦਾ, ਮੇਰੇ ਹਿਸਾਬ ਨਾਲ ਇੱਥੇ ਡੈਂਕ ਹੋਣਾ ਚਾਹੀਦਾ, ਮੈਂ ਚੈੱਕ ਕਰਿਆ ਸੀ। ਤਾਂ ਡੈਂਕ ਦਾ ਮਤਲਬ ਹੁੰਦਾ ਬੇਟਾ ਵੈਟ, ਵੈਟ ਦਾ ਮਤਲਬ ਗਿੱਲੇ, ਕਿਉਂਕਿ ਬੁੱਕ ਸਿੱਲ ਲੱਗ ਜਾਂਦੀ ਹੈ ਨਾ, ਸਿੱਲੀ ਪੈ ਜਾਂਦੀ ਹੈ, ਤਾਂ ਉਸਦੇ ਪੇਜ ਸਿੱਲੇ ਜੇ ਮੈਨੂੰ ਨਜ਼ਰ ਆਉਂਦੇ। ਸਲਾਈਟਲੀ ਬਲਿਸਟਰਡ ਪੇजेस, ਤਾਂ ਪੇजेस ਕੁਝ ਖਰਾਬ ਹੋਏ। ਬਲਿਸਟਰਡ ਪੇजेस ਦਾ ਮਤਲਬ ਥੋੜੇ ਜਿਹੇ ਜਿਹੜੇ ਬੱਚਿਓ ਪੇਜ ਖਰਾਬ ਹੋ ਜਾਂਦੇ ਨੇ, ਥੋੜੇ ਥੋੜੇ ਫਟ ਵੀ ਜਾਂਦੇ ਆ, ਉਹਨੂੰ ਆਪਾਂ ਬਲਿਸਟਰਡ ਪੇजेस ਕਹਿੰਦੇ ਆ। ਤਾਂ ਇਦਾਂ ਦੇ ਮੈਨੂੰ ਪੇਜ ਨਜ਼ਰ ਆਉਂਦੇ। covered with small black veins which drank ink and smelt of mildew। ਅਤੇ ਉਹ ਜਿਹੜੇ ਪੇजेस ਹੁੰਦੇ ਸੀ ਉਹਦੇ ਵਿੱਚ ਬਲੈਕ ਵੀਨਸ ਵਰਗੀਆਂ ਮੈਨੂੰ ਚੀਜ਼ਾਂ ਦਿਖਦੀਆਂ ਹਨ। ਇੱਥੇ ਬਲੈਕ ਵੀਨਸ ਉਹ ਅੱਖਰਾਂ ਨੂੰ ਕਹਿ ਰਿਹਾ ਹੈ। ਵੀਨਸ ਦਾ ਮਤਲਬ ਵੈਸੇ ਨਾ ਜਿਹੜੀਆਂ ਆਪਣੀਆਂ ਨਾੜੀਆਂ ਨੂੜੀਆਂ ਹੁੰਦੀਆਂ ਇਹਨਾਂ ਨੂੰ ਕਹਿੰਦੇ ਨੇ। ਤੇ ਉਹ ਮੈਨੂੰ ਅੱਖਰ ਜੇ ਦਿਖਦੇ, ਡਰੈਂਕ ਇੰਕ, ਇੰਕ ਦੇ ਨਾਲ ਭਰੇ ਹੋਏ, ਸਿਆਹੀ ਦੇ ਨਾਲ ਕਾਲੇ ਕਾਲੇ ਜਿਹੇ ਅੱਖਰ ਦਿਖਦੇ। ਅਤੇ ਉਹਨਾਂ ਦੇ ਵਿੱਚੋਂ ਮੈਨੂੰ ਸਮੈਲ ਆਉਂਦੀ ਕਾਦੀ, ਮਿਲਡਿਊ ਦੀ। ਤਾਂ ਮਿਲਡਿਊ ਦਾ ਮਤਲਬ ਕੀ ਹੁੰਦਾ ਬੇਟਾ, ਜਦੋਂ ਨਾ ਸਪੋਜ਼ ਕਰੋ ਫੰਗਸ ਲੱਗ ਜਾਂਦੀ ਹੈ, ਬਹੁਤ ਦੇਰ ਕੋਈ ਬੁੱਕ ਪਈ ਰਹੇ, ਉਹਨੂੰ ਸਿੱਲੀ ਜੀ ਹੋ ਜੇ ਤੇ ਉਸ ਤੋਂ ਬਾਅਦ ਉਹਦੇ ਚ ਫੰਗਸ ਜੀ ਲੱਗ ਜਾਂਦੀ ਹੈ, ਉੱਲੀ ਜੀ ਲੱਗ ਜਾਂਦੀ ਹੈ, ਤਾਂ ਉਹਨੂੰ ਆਪਾਂ ਮਿਲਡਿਊ ਕਹਿੰਦੇ ਆ। ਤਾਂ ਮਿਲਡਿਊ ਤੁਸੀਂ ਉੱਲੀ ਕਹਿ ਸਕਦੇ ਹੋ। ਤਾਂ ਇਹ ਹੈ ਜੀ ਤੁਹਾਡਾ ਹੁਣ ਤੱਕ ਦਾ ਚੈਪਟਰ।